ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਹਾਨ ਸੂਰਬੀਰ ਯੋਧੇ ਸ਼੍ਰੋਮਣੀ ਭਗਤ ਰਵਿਦਾਸ ਜੀ ਨੂੰ ਯਾਦ ਕਰਦਿਆਂ ਆਪ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਆਪਾਂ ਸਾਰੇ ਇੱਥੇ ਜੁੜ ਬੈਠੇ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀਆਂ ਦੇ ਬਚਨਾਂ ਦੇ ਨਾਲ ਆਪਾਂ ਸਾਂਝ ਪਾਉਣੀ ਹੈ। ਕਿਉਂਕਿ ਇੱਕ ਗੱਲ ਯਾਦ ਰੱਖਿਓ ਸਾਧ ਸੰਗਤ, ਜਦੋਂ ਆਪ ਜੀ ਦੇ ਜੀਵਨ ਦੇ ਸੰਬੰਧ ਵਿੱਚ ਆਪਾਂ ਇਤਿਹਾਸਕ ਸਰੋਤਾਂ ਪੜ੍ਹਦੇ ਹਾਂ, ਭਾਵੇਂ ਉਹ ਭਗਤਮਾਲਾ ਹੋਵੇ ਜਾਂ ਹੋਰ ਸਰੋਤਾਂ ਹੋਣ, ਔਰ ਨਾਲ ਜਦੋਂ ਅਸੀਂ ਆਪ ਜੀਆਂ ਦੇ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਇੱਕ ਗੱਲ ਸਮਝ ਪੈਂਦੀ ਆ ਵੀ ਬਹੁਤ ਕੁਝ ਐਸਾ ਹੈ ਜਿਹੜਾ ਹਜੇ ਖੋਜਣ ਦੀ ਲੋੜ ਹੈ। ਖਾਸ ਕਰਕੇ ਜਦੋਂ ਭਗਤ ਸਾਹਿਬਾਨਾਂ ਦੇ ਜੀਵਨ ਦੀ ਗੱਲ ਆਉਂਦੀ ਹੈ ਨਾ, ਔਰ ਇਤਿਹਾਸਕ ਸਰੋਤਾਂ ਤੋਂ ਪੜ੍ਹਦੇ ਆ, ਇੰਜ ਪ੍ਰਤੀਤ ਹੁੰਦਾ ਵੀ ਕਿਤੇ ਨਾ ਕਿਤੇ ਉਸ ਇਤਿਹਾਸ ਦੇ ਵਿੱਚ ਬ੍ਰਾਹਮਣੀ ਸੋਚ ਦਾ ਰਲਾ ਜ਼ਰੂਰ ਕੀਤਾ ਗਿਆ। ਪਰ ਜਦੋਂ ਅਸੀਂ ਇਤਿਹਾਸ ਵਿਚਾਰਨਾ, ਸਾਡੇ ਵਾਸਤੇ ਸਭ ਤੋਂ ਵੱਡੀ ਕਸਵੱਟੀ ਹੈ ਗੁਰਬਾਣੀ। ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਤਿਹਾਸ ਦੀ ਪੜਚੋਲ ਕਰਾਂਗੇ, ਇਤਿਹਾਸ ਦੀ ਵਿਚਾਰ ਕਰਾਂਗੇ, ਫਿਰ ਰਲੇ ਨੂੰ ਨਖੇੜਿਆ ਜਾ ਸਕਦਾ ਹੈ, ਔਰ ਜਿਹੜਾ ਤੱਤ ਗੁਰਬਾਣੀ ਦੀ ਰੋਸ਼ਨੀ ਤੇ ਖਰਾ ਉਤਰਦਾ ਉਹਦੀ ਵਿਚਾਰ ਕੀਤੀ ਜਾ ਸਕਦੀ ਹੈ। ਤੋ ਅੱਜ ਆਪਾਂ ਯਤਨ ਕਰਾਂਗੇ ਵੀ ਜ਼ਿਆਦਾਤਰ ਭਗਤ ਰਵਿਦਾਸ ਜੀ ਦੇ ਬਚਨਾਂ ਨਾਲ ਸਾਂਝ ਪਾਈਏ, ਕਿਉਂਕਿ ਭਗਤ ਰਵਿਦਾਸ ਜੀ ਦੇ ਬਾਰੇ ਸਮਝਣਾ ਹੈ, ਆਪ ਜੀ ਦੇ ਚਰਨਾਂ ਨਾਲ ਸਾਂਝ ਪਾਉਣੀ ਹੈ, ਤੇ ਸਭ ਤੋਂ ਸੋਹਣਾ ਤਰੀਕਾ ਹੈ ਆਪ ਜੀ ਦੇ ਬਚਨਾਂ ਨਾਲ ਸਾਂਝ ਪਾਉਣਾ। ਔਰ ਉਹਨਾਂ ਬਚਨਾਂ ਦੇ ਆਧਾਰ ਤੇ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਫਿਰ ਕੁਝ ਇਤਿਹਾਸਕ ਤੱਤਾਂ ਦੀ ਆਪਾਂ ਵਿਚਾਰ ਕਰਨੀ ਹੈ। ਤੋ ਜਿੰਨੇ ਵੀ ਸਰੀਰ ਆਪਾਂ ਜੁੜ ਬੈਠੇ ਹਾਂ, ਆਓ ਸਤਿਗੁਰਾਂ ਨੇ ਬੜੀ ਪਿਆਰੀ ਫਤਿਹ ਬਖਸ਼ੀ ਹੈ ਸਾਨੂੰ, ਕੋਈ ਰਸਨਾ ਵਾਂਝੀ ਨਾ ਰਵੇ, ਅਸੀਂ ਵੀ ਵਡਭਾਗੇ ਬਣੀਏ ਔਰ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇ। ਰਹਾਉ ਸੰਤ ਆਚਰਨ, ਸੰਤ ਚੋ ਮਾਰਗ, ਸੰਤ ਚ ਓਲਗ ਓਲਗ ਨੇ, ਔਰ ਇੱਕ ਮੰਗੋ ਭਗਤ ਚਿੰਤਾਮਨ, ਜਨੀ ਲਖਾਵਹੁ ਅਸੰਤ ਪਾਪੀ ਸਨ। ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰਨਾ। ਜਦੋਂ ਇਹ ਬਚਨਾਂ ਦੇ ਨਾਲ ਸਾਂਝ ਪਾਈ ਤੇ ਇੱਕ ਗੱਲ ਮਨ ਨੂੰ ਮੇਰੇ ਸਤਿਗੁਰਾਂ ਨੇ ਸਮਝਾਈ ਕਿ ਜਦੋਂ ਵੀ ਅਸੀਂ ਮਹਾਨ ਪੁਰਖਾਂ ਦੇ ਪੁਰਬ ਮਨਾਉਂਦੇ ਹਾਂ, ਉਹਨਾਂ ਨੂੰ ਯਾਦ ਕਰਨ ਲਈ ਆਪਾਂ ਇਸ ਤਰ੍ਹਾਂ ਸਿਰ ਜੋੜ ਕੇ ਬੈਠਦੇ ਹਾਂ। ਕਿਵੇਂ ਮਨਾਏ ਜਾਣ ਇਹ ਪੁਰਬ? ਭਗਤ ਰਵਿਦਾਸ ਜੀ ਦਾ ਬਚਨ ਧਿਆਨ ਨਾਲ ਸੁਣਿਓ, ਔਰ ਸਾਨੂੰ ਇਹ ਅਹਿਸਾਸ ਹੋਵੇਗਾ ਵੀ ਮਹਾਨ ਪੁਰਸ਼ਾਂ ਦੇ ਪੁਰਬ ਕਿਵੇਂ ਮਨਾਉਣੇ ਚਾਹੀਦੇ। ਅਸੀਂ ਉਹਨਾਂ ਅੱਗੇ ਝੁਕਣਾ ਵੀ ਹੈ, ਮੱਥਾ ਵੀ ਟੇਕਣਾ ਹੈ, ਉਹਨਾਂ ਨੂੰ ਸਤਿਕਾਰ ਨਾਲ ਬੁਲਾਉਣਾ ਵੀ ਹੈ, ਪਰ ਕੇਵਲ ਇਹਨਾਂ ਕਰਮਾਂ ਤੱਕ ਆਪਣੇ ਆਪ ਨੂੰ ਸੀਮਤ ਨਹੀਂ ਰੱਖ ਲੈਣਾ। ਸਾਧ ਸੰਗਤ, ਕਿਵੇਂ ਮਨਾਈਏ ਇਹਨਾਂ ਮਹਾਨ ਪੁਰਸ਼ਾਂ ਨੂੰ? ਭਗਤ ਰਵਿਦਾਸ ਜੀ ਦਾ ਬਚਨ ਹੈ, ਕਹਿੰਦੇ ਨੇ, ਸੰਤ ਤੁਜੀ ਤਨ ਸੰਗਤ ਪ੍ਰਾਨ। ਹੇ ਪ੍ਰਮਾਤਮਾ, ਵੈਸੇ ਤੇਰਾ ਕੋਈ ਸਰੀਰ ਨਹੀਂ, ਪਰ ਜਦੋਂ ਮੈਂ ਸੰਤਾਂ ਦੀ ਕਰਨੀ ਨੂੰ ਦੇਖਦਾ ਤੇ ਜੋ ਸੰਤਾਂ ਦਾ ਸਰੀਰ ਕਰਦਾ ਇੰਜ ਜਾਪਦਾ ਇਹ ਤੇਰੀ ਕਰਨੀ। ਹੇ ਪ੍ਰਮਾਤਮਾ, ਜਿਵੇਂ ਤੂੰ ਕਿਸੇ ਦਾ ਬੁਰਾ ਨਹੀਂ ਨਾ ਕਰਦਾ, ਸੰਤਾਂ ਦੇ ਸਰੀਰ ਤੋਂ ਵੀ ਕਿਸੇ ਦਾ ਬੁਰਾ ਨਹੀਂ ਹੁੰਦਾ। ਜਿਵੇਂ ਪ੍ਰਮਾਤਮਾ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ, ਸੰਤਾਂ ਦੀ ਅੱਖ ਵੀ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੀ ਹੈ। ਇਸੇ ਕਰਕੇ ਭਗਤ ਰਵਿਦਾਸ ਨੇ ਕਹਿ ਦਿੱਤਾ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ।
ਤੇ ਮਹਾਰਾਜ ਕਹਿੰਦੇ ਸੰਤ ਚੀ ਸੰਗਤ, हे परमात्मा तू कृपा करी मैनू संतां दी संगत बख्श। अज असीं देखो भगत रविदास नूं याद करदे इत्थे जुड़ बैठे हां। आपां केवल इत्थे बैठण तक सीमित नहीं हो जाना, आपां भी ये एहसास लैके जाना मेरे सतगुरु रहमत करी संत जी संगत, मैनू भी उन्हां महान पुरखां दी संगत बख्श, किरपा कर सानू भी भगत रविदास जी दी संगत बख्श। ते भगत रविदास जी की संगत करन दा सब तो सोहना तरीका है उन्हां दे बचनां नाल जुड़ना, क्योंकि जदों भगत जी की बाणी पढ़ांगे, धन गुरु ग्रंथ साहिब महाराज जी के बचन पढ़ांगे, ये की है उन्हां महान पुरखां की संगत करनी। संत जी संगत, संत कथा रस, संत प्रेम माझे दीजै देवा दे। हे परमात्मा कृपा करी, तेरे अगे अरदास है, कृपा कर सानू ऐसे महान पुरुषां दे नाल प्रेम पै जावे। क्योंकि ये गल याद रखियो साध संगत, जिस किसी नाल भी प्रेम पैंदा है ना, बंदा उहदे वर्गा बनना चाहुंदा। आम तौर पर तुसीं देख लिओ, दुनियावी मोह की गल होवे ना, जिस दे नाल बंदा मोह पा लवे, कई बारी बंदा अपनी करनी अपनी आदतां उहदे वर्गियां बनाउणा चाहुंदा, क्योंकि उहनूं रास आउंदा अपने प्यारे दे वर्गा अपना जीवन बनाउण दे विच रास आउंदा। जिस इंसान नूं उन्हां महान पुरखां दे नाल प्रेम पै गया, वो अपने आप उन्हां वर्गा बनना चाहेगा। असीं अरदास करके जाइए, हे सतगुरु रहमत करी, असीं भगत रविदास नूं याद करदिआं इत्थे जुड़ बैठे हां, साडा जीवन भी उस महान पुरख वर्गा बख्शी। संत जी संगत, संत कथा रस, संत प्रेम माझे दीजै देवा देव। ते महाराज कहंदे संत आचरण, संत चो मार्ग, साडा आचरण भी उन्हां महान पुरखां वर्गा बख्शी। जिवें उन्हां दी अख पराया तन नहीं देखदी, महाराज मेरा किरदार एडा उच्चा होवे, इस अख नूं भी कोई पराया तन ना दिखे, देख पराइयां चंगियां मावां भैणां धीआं जान। जिवें उन्हां महान पुरखां दा आचरण हुंदा है भी वो कन्नां तो कदी निंदिया नहीं सुणदे। हे महाराज असीं आप जी दा जीवन याद करदे आ इत्थे जुड़ बैठे हां, साडे ते भी रहमत करी, साडे कन्नां 'च भी कोई पराई निंदिया ना पवे। जिवें संतां दा आचरण हुंदा है कि वो जुबान तो कदी भी फिक्का नहीं बोलदे, महाराज ये रहमत किरपा करके साडे ते भी करे। जे मनाउण बैठे हां ते आ अरदासां आ एहसास करके जाइए साध संगत। संत आचरण, संत चो मार्ग, महाराज जिस रस्ते ते वो महान पुरख चले, सानू भी उसे रस्ते ते तोरी। जिस रस्ते ते भगत रविदास जी चले, जिस रस्ते ते भगत कबीर जी तुरे, जिस रस्ते ते भगत धन्ना जी तुरे, उन्हां रस्तियां ते सानू भी तोरी महाराज। संत आचरण, संत चो मार्ग, संत च ओलग ओलग नी, और एक मांगो भगत चिंतामन, जनी लखावो असंत पापी सन, तेरे चरना ते अरदास है। असी संतां दी संगत तां मंगदे हां, पर एक रहमत करी भुल के भी असंत ते पापी लोकां दी संगत ना बख्शी। क्योंकि जो ना भजनते नारायणा तिनका मैं ना करूं दर्शना। मैं उन्हां नूं आपां रोज अरदास च पढ़दे हां ना, सेई प्यारे मेल जिन्ना मिलिया तेरा नाम चितावे। महाराज असीं किरत करन निकलीए ते कृपा करी ऐसे प्यारियां दा ही मेल करी जिन्हां नूं मिलदिआं बस तेरा नाम चेते आवे, ते भुल के भी ऐसा विकारी बंदा ना मिला देवी जिहदे नाल साडे मन च भी विकार पैदा हो जाए। संत आचरण, संत चो मार्ग, संत च ओलग ओलग नी, और एक मांगो भगत चिंतामन, जनी लखावो असंत पापी सन। रविदास भणै जो जाने सो जान, संत अनंत है अंतर नाही। संत ते परमात्मा च कोई अंतर नहीं है। भगत रविदास जी का जीवन पढ़ो, तुसी देखो परमात्मा निरभव है, आपां मूल मंत्र च पढ़दे हां, ते भगत रविदास जी का जीवन पढ़ो, निर्भयता उन्हां दे जीवन चों भी दिखदी है। जिवें परमात्मा निर्वैर है, भगत रविदास जी भी निर्वैर ने। जिवें परमात्मा दाता है, भगत रविदास जी भी परोपकारी ने, क्योंकि संत अनंत है अंतर नाही। ऐसे महान पुरख दे जीवन दे नाल सांझ पाइए। आप जी दा आगमन, हुण देखो इत्थे मैं बेनती करनी चाहुंदा कि आप जी दी जन्म तारीख दे बारे विद्वानां दे कुछ मतभेद हन, बहुत मतभेद ने। भाई कान सिंह नाभा जी नूं पढ़िया, उन्होंने आप जी का आगमन 1 हाड़ संमत 1456 विक्रमी नूं दस्सिया, 1399 ईस्वी बनदी। इस तो इलावा विद्वानां दे बड़े मतभेद ने। आप जी के माता पिता नूं याद करिए, ठीक है, इत्थे बहुते विद्वानां दी मत रलदी है भी आप जी के पिता का नाम संतोखा दास है
ਪਰ ਕਿਸੇ ਨੇ ਆਪ ਜੀ ਦੀ ਮਾਤਾ ਜੀ ਦਾ ਨਾਮ ਗੁਰਬਿੰਨੀਆਂ ਦੱਸਿਆ, ਕਿਸੇ ਨੇ ਕਲਸਾਂ ਦੇਵੀ ਦੱਸਿਆ, ਕਿਸੇ ਨੇ ਕੌਂਸਾਂ ਦੇਵੀ ਵੀ ਲਿਖਿਆ। ਤੇ ਇਸ ਤਰ੍ਹਾਂ ਥੋੜੇ ਜਿਹੇ ਮਤਭੇਦ ਮਿਲਦੇ ਹਨ ਔਰ ਇੰਜ ਪ੍ਰਤੀਤ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਦੇ ਜੀਵਨ ਦੇ ਬਾਰੇ ਹਜੇ ਹੋਰ ਖੋਜ ਕਰਨ ਦੀ ਬਹੁਤ ਲੋੜ ਹੈ। ਤੋ ਖੈਰ ਜਿਸ ਪਾਵਨ ਅਸਥਾਨ ਤੇ ਆਪ ਜੀ ਦਾ ਆਗਮਨ ਹੋਇਆ, ਇੱਥੇ ਵੀ ਥੋੜੇ ਜਿਹੇ ਮਤਭੇਦ ਮਿਲਦੇ ਨੇ। ਇੱਕ ਸਰੋਤ ਪੜ੍ਹੀ, ਉਹਦੇ ਵਿੱਚ ਲਿਖਿਆ ਸੀ ਵੀ ਆਪ ਜੀ ਦਾ ਆਗਮਨ ਮੇਵਾੜ ਵਿਖੇ ਹੋਇਆ, ਕਿਸੇ ਨੇ ਕਾਂਸ਼ੀ ਲਿਖਿਆ। ਪਰ ਕੁਝ ਵਿਦਵਾਨਾਂ ਦੀ ਜਿੱਥੇ ਰਾਏ ਰਲਦੀ ਪਈ ਹੈ, ਉਹਨਾਂ ਨੇ ਗੋਵਰਧਨਪੁਰ, ਸੀਰ ਗੋਵਰਧਨਪੁਰ ਬਨਾਰਸ ਦੇ ਕੋਲ ਲਿਖਿਆ। ਤੋ ਇਸ ਤਰ੍ਹਾਂ ਚਲੋ ਠੀਕ ਹੈ, ਇਤਿਹਾਸ ਦੇ ਵਿੱਚ ਕੁਝ ਮਤਭੇਦ ਹਨ, ਪਰ ਆਪਾਂ ਆਪ ਜੀ ਦੇ ਜੀਵਨ ਦੇ ਵਿੱਚੋਂ ਕੀ ਸਿੱਖਿਆ ਮਿਲਦੀ ਹੈ ਉਹਨਾਂ ਨਾਲ ਸਾਂਝ ਪਾ ਕੇ ਜਾਣਗੇ। ਛੋਟੀ ਜੀ ਉਮਰ ਹੈ ਭਗਤ ਰਵਿਦਾਸ ਜੀ ਦੀ। ਬਚਪਨ ਦੇ ਵਿੱਚ ਹੀ ਆਪ ਜੀ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਚੜ ਗਿਆ। ਔਰ ਆਪ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਹੋ ਕਿ ਜਿਸ ਕੁੱਲ ਦੇ ਵਿੱਚ ਆਪ ਜੀ ਦਾ ਆਗਮਨ ਹੋਇਆ, ਜਿਸ ਜਾਤ ਦੇ ਵਿੱਚ ਆਪ ਜੀ ਨੇ ਪ੍ਰਕਾਸ਼ ਧਾਰਿਆ, ਉਸ ਜਾਤ ਨੂੰ ਅਖੌਤੀ ਉੱਚੀਆਂ ਜਾਤਾਂ ਵਾਲੇ ਚਮਾਰ ਕਹਿੰਦੇ ਨੇ। ਅਖੌਤੀ ਸਮਾਜਿਕ ਲੋਕ ਨੂੰ ਚਮਾਰ ਕਹਿੰਦੇ ਨੇ, ਦਲਿਤ ਕਹਿੰਦੇ ਨੇ, ਨੀਵੇਂ ਕਹਿੰਦੇ ਨੇ। ਉਸ ਕੁੰਡ ਦੇ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਹੋਇਆ। ਔਰ ਤੁਸੀਂ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਉਸ ਸਮਾਜ ਦੇ ਵਿੱਚ, ਜਿਸ ਕਾਲ ਦੇ ਵਿੱਚ ਭਗਤ ਰਵਿਦਾਸ ਜੀ ਦਾ ਆਗਮਨ ਹੋਇਆ, ਉਸ ਸਮਾਜ ਦੇ ਵਿੱਚ ਦਲਿਤ ਨੂੰ ਭਗਤੀ ਕਰਨ ਦੀ ਮਨਾਹੀ ਹੈ। ਦਲਿਤ ਭਗਤੀ ਨਹੀਂ ਕਰ ਸਕਦਾ। ਪਰ ਭਗਤ ਰਵਿਦਾਸ ਜੀ ਬਚਪਨ ਦੇ ਵਿੱਚ ਜਦੋਂ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਤੇ ਆਪ ਜੀ ਦੇ ਪਿਤਾ ਥੋੜੀ ਚਿੰਤਾ ਕਰਦੇ ਨੇ, ਕਿਉਂਕਿ ਚਿੰਤਾ ਹੈ ਪਿਤਾ ਨੂੰ ਵੀ ਜੇ ਵੱਡੀਆਂ ਜਾਤਾਂ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੇਰਾ ਦਲਿਤ ਪੁੱਤਰ ਬੰਦਗੀ ਕਰ ਰਿਹਾ, ਸਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਗੇ। ਇਸ ਕਰਕੇ ਪਹਿਲਾਂ ਪਿਤਾ ਜੀ ਨੇ ਕੀ ਕੀਤਾ ਕਿ ਥੋੜੀ ਜੀ ਆਪ ਜੀ ਦੀ ਉਮਰ ਹੋਈ, ਆਪ ਜੀ ਦਾ ਆਨੰਦ ਕਾਰਜ ਕਰਾ ਦਿੱਤਾ, ਵਿਆਹ ਕਰਾ ਦਿੱਤਾ, ਸ਼ਾਦੀ ਕਰਾ ਦਿੱਤੀ ਵੀ ਹੋ ਸਕਦਾ ਹੈ ਕਿ ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਵਿੱਚ ਪੈ ਕੇ ਭਗਤ ਰਵਿਦਾਸ ਜੀ ਇਹ ਮਾਰਗੀ ਛੱਡ ਦੇਣ। ਪਰ ਜਿਵੇਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਾਰਾ ਰਾਮ ਨਹੀਂ ਬਹਿੰਦੇ। ਉਹ ਤਾਂ ਤੁਰੇ ਜਾਂਦੇ ਨੇ, ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਉਸ ਰਸਤੇ ਤੋਂ ਭਟਕਾ ਨਹੀਂ ਸਕਦੀ। ਭਾਵੇਂ ਆਪ ਜੀ ਨੇ ਗ੍ਰਹਿਸਥ ਸਾਂਭੀ, ਪਰ ਆਪ ਜੀ ਨੇ ਭਗਤੀ ਦਾ ਮਾਰਗ ਨਹੀਂ ਛੱਡਿਆ। ਆਪ ਜੀ ਦੀ ਪਤਨੀ ਵੀ ਆਪ ਜੀ ਦੀ ਆਗਿਆਕਾਰ ਨਿਕਲੀ। ਪਰ ਜਦੋਂ ਪਿਤਾ ਜੀ ਨੇ ਇਹ ਦੇਖਿਆ ਵੀ ਮੇਰਾ ਪੁੱਤਰ ਤਾਂ ਇਹ ਰਸਤਾ ਛੱਡਣ ਲਈ ਤਿਆਰ ਹੀ ਨਹੀਂ, ਇੱਕ ਦਿਨ ਆਪ ਜੀ ਦੇ ਪਿਤਾ ਨੇ ਵੀ ਹੱਥ ਜੋੜ ਦਿੱਤੇ, ਕਹਿਣ ਲੱਗੇ ਪੁੱਤਰ ਇੰਜ ਗੱਲ ਨਹੀਂ ਬਣਨੀ, ਇੰਜ ਕਰਦੇ ਆ ਤੂੰ ਮੇਰੇ ਤੋਂ ਵੱਖ ਹੋ ਜਾ, ਕਿਉਂਕਿ ਤੂੰ ਤਾਂ ਮਰਨਾ ਹੀ ਹੈ, ਨਾਲ ਆਪਦੇ ਪਰਿਵਾਰ ਨੂੰ ਵੀ ਮਰਵਾਵੇਂਗਾ, ਵੱਖ ਹੋ ਜਾ। ਕਹਿੰਦੇ ਨੇ ਉਸ ਵਕਤ ਭਗਤ ਰਵਿਦਾਸ ਜੀ ਆਪਣੇ ਪਰਿਵਾਰ ਤੋਂ ਵੱਖ ਹੋਏ ਨੇ। ਨਗਰ ਤੋਂ ਬਾਹਰ ਇੱਕ ਕੱਖਾਂ ਦੀ ਕੁੱਲੀ ਪਾ ਕੇ ਨਿਵਾਸਾ ਕਰਦੇ ਨੇ ਔਰ ਜੁੱਤੀਆਂ ਗੰਢ ਕੇ ਇਹ ਕਿਰਤ ਕਰਦੇ ਆ, ਆਪਣੀ ਜਿੱਥੇ ਕਮਾਈ ਕਰਦੇ ਨੇ, ਰੁਜ਼ਗਾਰ ਕਮਾਉਂਦੇ ਨੇ, ਉੱਥੇ ਆਪ ਜੀ ਬੰਦਗੀ ਵਿੱਚ ਵੀ ਜੁੜੇ ਨੇ। ਛੋਟੀ ਉਮਰ ਤੋਂ ਬੰਦਗੀ ਕਰਨ ਲੱਗੇ, ਹੁਣ ਕੱਖਾਂ ਦੀ ਕੁੱਲੀ 'ਚ ਬੈਠੇ ਨੇ। ਆਓ ਥੋੜੇ ਜਿਹੇ ਆਪ ਜੀ ਦੇ ਬਚਨਾਂ ਨਾਲ ਸਾਂਝ ਪਾ ਕੇ ਆਪਾਂ ਸਵਾਲ ਜਵਾਬ ਕਰਨੇ ਨੇ। ਪੁੱਛੀਏ ਭਗਤ ਰਵਿਦਾਸ ਜੀ ਨੂੰ, ਮਹਾਰਾਜ ਹੱਥ ਜੋੜ ਕੇ ਬੇਨਤੀ ਕਰ ਰਹੇ ਆ, ਅਸੀਂ ਵੀ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਆ, ਕਿਰਪਾ ਕਰਕੇ ਸਾਨੂੰ ਵੀ ਕੁਝ ਸਿੱਖਿਆਵਾਂ ਬਖਸ਼ੋ। ਬਚਨਾਂ ਨਾਲ ਸਾਂਝ ਪਾਉਣ ਤੋਂ ਬਾਅਦ ਆਪਾਂ ਫਿਰ ਟੂਕ ਮਾਤਰ ਇਹ ਵੀ ਵਿਚਾਰ ਕਰਾਂਗੇ ਕਿ ਭਗਤ ਰਵਿਦਾਸ ਜੀ ਨੂੰ ਉਸ ਸਮਾਜ ਦੇ ਵਿੱਚ ਕੀ ਸੰਘਰਸ਼ ਕਰਨਾ ਪਿਆ ਔਰ ਕਿਸ ਤਰ੍ਹਾਂ ਆਪ ਜੀ ਫਿਰ ਅਕਾਲ ਚਲਾਣਾ ਕਰਦੇ। ਸਭ ਤੋਂ ਪਹਿਲਾਂ ਇੱਕ ਗੱਲ ਜਿਹੜੀ ਬਹੁਤ ਵਿਚਾਰਨੀ ਜ਼ਰੂਰੀ ਹੈ ਸਾਧ ਸੰਗਤ, ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਮਹਾਰਾਜ ਨੂੰ ਪੁੱਛੇ, ਮਹਾਰਾਜ ਅੱਜ ਵੀ ਸਮਾਜ ਦੇ ਵਿੱਚ ਕਈ ਐਸੇ ਲੋਕ ਨੇ ਜਿਨ੍ਹਾਂ ਨੂੰ ਸਮਾਜ ਨੀਵੀਂ ਜਾਤ ਵਾਲਾ ਦੱਸਦੇ ਨੇ, ਕਿਉਂਕਿ ਤੁਸੀਂ ਦੇਖੋ ਸਮਾਂ ਕਿੰਨਾ ਬਦਲ ਗਿਆ। ਅੱਜ ਅਸੀਂ ਗੁਰੂ ਨਾਨਕ ਦੇ ਘਰ ਪੈਦਾ ਹੋ ਕੇ ਵੀ ਕਈ ਲੋਕ ਐਸੇ ਨੇ ਜਿਹੜੇ ਅੱਜ ਵੀ ਜਾਤਾਂ ਪਾਤਾਂ ਤੇ ਵਿਸ਼ਵਾਸ ਕਰਦੇ ਨੇ। ਸਾਡੇ ਘਰ ਦੇ ਵਿੱਚ ਕੋਈ ਕਾਰਜ ਹੋਣੇ ਹੋਣ, ਅੱਜ ਵੀ ਜਾਤਾਂ ਨੂੰ ਅੱਗੇ ਰੱਖਿਆ ਜਾਂਦਾ ਹੈ। ਔਰ ਅੱਜ ਭਗਤ ਜੀ ਤੋਂ ਪੁੱਛ ਕੇ ਜਾਣਾ, ਮਹਾਰਾਜ ਕਿਰਪਾ ਕਰਕੇ ਸਾਡੇ ਸ਼ੰਕੇ ਨਿਵਰਤ ਕਰੋ ਕਿ ਜੇ ਕੋਈ ਜਾਤ ਕਰਕੇ ਨੀਵਾਂ ਹੈ, ਕਿ ਤੁਹਾਡੇ ਮੁਤਾਬਕ ਉਹ ਨੀਵਾਂ ਹੁੰਦਾ? ਤੇ ਕਈ ਉੱਚੀਆਂ ਜਾਤਾਂ ਵਾਲੇ ਹੰਕਾਰ ਕਰਦੇ ਨੇ ਕਿ ਕੇਵਲ ਉੱਚੀ ਜਾਤ ਵਿੱਚ ਜਨਮ ਲੈਣ ਕਰਕੇ ਕੋਈ ਉੱਚਾ ਹੋ ਜਾਂਦਾ, ਕੀ ਕੋਈ ਨੀਵੀਂ ਜਾਤ ਵਿੱਚ ਜਨਮ ਲੈਣ ਕਰਕੇ ਕੋਈ ਨੀਵਾਂ ਹੋ ਜਾਂਦਾ? ਤੇ ਭਗਤ ਰਵਿਦਾਸ ਜੀ ਦਾ ਇੱਕ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰਨ। ਕਹਿੰਦੇ ਮੈਂ ਮੰਨਦਾ ਮੇਰੀ ਵੀ ਜਾਤ ਚਮਾਰ, ਮੈਂ ਵੀ ਨੀਵੀਂ ਜਾਤ ਦਾ। ਨਗਰ ਵਾਲਿਓ ਮੇਰੀ ਜਾਤ ਚਮਾਰ ਹੈ, ਨਾਗਰ ਜਣਾ ਮੇਰੀ ਜਾਤ ਵਿਖਿਆਤ ਚਮਾਰਨ। ਪਰ ਕਹਿੰਦੇ ਇਹ ਧਿਆਨ 'ਚ ਰੱਖਿਓ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ। ਔਰ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਵੇ ਉਹ ਭਾਵੇਂ ਜਾਤ ਕਰਕੇ ਚਮਾਰੇ, ਪਰ ਭੁੱਲ ਕੇ ਉਹਨੂੰ ਨੀਵਾਂ ਨਾ ਆਖਿਓ।
नागर जना मेरी जात विख्यात चमारंग हृदय राम गोविंद गुण सारंग सुरसरी सलल कृत बारुणी रे संत जन करत नहीं पाणंग सुरा अपवित्र नत अवर जल रे सुरसरी मिलत नहीं होए आनंग। कुछ उदाहरणा लईਆਂ ने मैं नाल नाल थोड़ी जी व्याख्या करने वास्ते गुरबाणी दे होर भी प्रमाण लैने चाहुंदा क्योंकि गल समझनी बहुत जरूरी है। साध संगत गुरबाणी दे विच किसी ने जन्म के आधार ते जात के आधार ते किसी ने उच्चा नीवा नहीं मन्निया। ये वक्री गल है जदों आपां जपजी साहिब दा पाठ करदे आ ते महाराज कहंदे ने हुक्मी उत्तम नीच। ये ठीक है, उहदे हुक्म दे विच कोई उत्तम भी हुंदा है कोई नीच भी हुंदा है, पर यह उत्तम जां नीच कोई जात करके जां अमीरी गरीबी करके नहीं। ये उत्तम ते नीच किवें होवेगा? रहरास साहिब दे विच आपां पढ़दे आ ना एक बचन रहरास साहिब दे विच कि खसम विसारे ते कमजात। कमजात ਉਹ ਨੇ जिन्हां ने रब नूं भुला दिता। सा जात सा पत है जेहे कर्म कमाए। मैं बेनती करांगा साध संगत संगत मत्था टेक के बैठ रही है, सारिਆਂ ने ध्यान इधर रखना, ध्यान नहीं भटकाउणा। महाराज कहते सा जात सा पत है जेहे कर्म कमाए। बंदा उच्चा जा नीवा जात करके नहीं, उच्चा जा नीवा अपने कर्मां करके हुंदा। क्योंकि भावें कोई उच्ची जात विच भी जन्म लै बैठा है, पर महाराज कहते कोई उच्ची जात विच जन्म लैके जे कर्म नीवे कर रहा है मैं उन्हें उच्चा नहीं मानता, नीवा है, सिरे दा नीवा। महाराज ने वचन किया है ना, ब्राह्मण बिरथा कयो जन्म। हे ब्राह्मण तू ये ना समझी भी जे तेरा जन्म ब्राह्मण कुल दे विच हो गया तो तू उच्चा हो गया, कहते तेरा भी जन्म व्यर्थ जा सकता है। ब्राह्मण बिरथा गयो जन्म जिन कीतो से विसरे। जिस परमात्मा ने तेनू बनाया जिन्नू वो परमात्मा भुल गया वो नीवा है, नीवा उच्चा नहीं हो सकता। पर जेड़ा बंदा भावें नीवी जात विच भी जन्म लिया है पर कर्म उच्चे करदा, महाराज कहंदे सब तो उच्चा। इस करके गुरबाणी ने किसी नूं जात करके उच्चा जा नीवा नहीं मन्निया, गुरबाणी ने कर्मा करके उच्चा जा नीवा मन्निया। भावें कोई उच्ची जात विच भी जन्म लैण वाला, गल्लां ध्यान दे के सुणियो, मैं थोड़ी जी प्रैक्टिकल एग्जांपल्स लैणियां चाहुंदा। कई वारी बंदा ना भुलेखे पाल बैठदा जी मैं उच्ची जात वाला, हुण मैं विआह कराउणा उच्ची जात वाला लभना ते मैं सब तो उच्चा। पर गुरबाणी के आधार ते भावें जिस मर्जी कुल दे विच पैदा होया होवे, जे उहदे घर विच शराबां चलदियां ने, रब नूं भुलाया है, गुरु दी सिੱਖੀ नहीं, वो भावें जिस मर्जी उच्ची जात विच पैदा होया होवे, महाराज कहंदे नीवा है, सब तो नीवा। सुंदर सेज अनेक सुख रस भोगन पूरे, ग्रह सोयन चंदन सुगंध लाए मोती हीरे। मन इच्छे सुख मानदा किछ नाहे वसूरे, सो प्रभ चेतना आवई बिस्टा के कीरे। गंदगी दा कीड़ा है जे रब चेते नहीं। पर दूजे पासे जे किसी दी जात उच्ची नहीं, कखां दी कुल्ली च रहिंदा, महाराज कहंदे बस्ता टुੱਟੀ झुंपड़ी चीर सब छिन्ना। जात ना पत ना आदरो उद्यान पर मिन्ना, मित्र ना इक धन रूपहीन किछ साक ना सिन्ना। राजा सगली सृष्ट का जिन मन उधरे प्रभ होए सो प्रसन्न। वो सब तो उच्चा है जिहड़ा परमात्मा दी याद विच जुड़िया है। भगत रविदास जी दा वचन है, कहंदे ने नागर जना मेरी जात विख्यात चमारंग हृदय राम गोविंद गुण सारंग सुरसरी सलल कृत बारनी रे संत जन करत नहीं पारंग। थोड़ियां उदाहरणां लईआं भगत रविदास जी ने। कहंदे मान लो कोई शराब कढ रहा ते शराब बनाउण वास्ते उस बंदे ने गंगा दा पानी लै आंदा। हुण आम तौर ते क्योंकि जिस समाज दे विच भगत रविदास जी रहिंदे ने, बनारस दी धरती ते रहण वाले, वो लोग गंगा दे पानी नूं पवित्र मानदे ने। कहंदे मान लो कोई गंगा दा पवित्र पानी भी लै आवे, पर उस पानी दे नाल भी जे शराब कड्ढी गई है, शराब ने पवित्र नहीं हो जाना, उहने मैले दा मैला ही रहना। इसे तरह भावें कोई उच्ची जात विच पैदा हो गया है पर उहदे कर्म नीवे ने। महाराज कहंदे उच्ची जात विच जन्म लैण करके कोई उच्चा नहीं हो जाता, उन्हें नीवे दा नीवा रहना है क्योंकि उहदे कर्म नीवे ने। महाराज कहंदे सुरसरी सलल कृत बारनी रे संत जन करत नहीं पाणंग सुरा अपवित्र नत अवर जल रे सुरसरी मिलत नहीं होए आनंद। पर दूजे पासे जे कोई गंदला पानी गंगा नदी विच जाके मिल जाता है, भावें वो गंदला सी पर गंगा च मिलन करके वो गंगा का ही रूप हो गया, गंगा तो वख नहीं रह सकता। ये सिर्फ उदाहरण लईआं ने, आपां इस गल ते नहीं अपनी सुर तड़का लैनी भी गंगा नूं पवित्र कहा जा रहा जां नहीं कहा जा रहा, सिर्फ उदाहरण मात्र। कहंदे कोई गंदला पानी भी गंगा दे विच जाके रल जावे,
ਉਹ ਗੰਗਾ ਤੋਂ ਵੱਖ ਨਹੀਂ ਹੋ ਸਕਦਾ, ਗੰਗਾ ਦਾ ਰੂਪ ਹੋ ਗਿਆ। ਭਾਵੇਂ ਕੋਈ ਨੀਵੀਂ ਜਾਤ ਵਾਲਾ ਹੈ, ਜੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵਸ ਗਈ, ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ, ਉਹ ਨੀਵਾਂ ਨਹੀਂ ਰਹਿ ਜਾਂਦਾ। ਫਿਰ ਦੂਸਰੀ ਉਦਾਹਰਨ ਭਗਤ ਰਵਿਦਾਸ ਜੀ ਨੇ ਲਈ, ਕਹਿੰਦੇ ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਉਤ ਲਿਖੀਐ ਤੇ ਉਪਰੇ, ਪੂਜੀਐ ਕਰ ਨਮਸਕਾਰੰ। ਤਾੜੀ ਦਾ ਰੁੱਖ ਜਿਹਦੇ ਵਿੱਚੋਂ ਨਸ਼ੇ ਦਾ ਰਸ ਚੋਂਦਾ ਹੈ, ਇਸ ਕਰਕੇ ਉਹਨੂੰ ਮੈਲਾ ਤੇ ਮਾੜਾ ਰੁੱਖ ਮੰਨਿਆ ਜਾਂਦਾ। ਭਗਤ ਰਵਿਦਾਸ ਜੀ ਕਹਿੰਦੇ ਜਿਸ ਤਾੜੀ ਦੇ ਰੁੱਖ ਨੂੰ ਨੀਵਾਂ ਰੁੱਖ, ਮੈਲਾ ਰੁੱਖ ਮੰਨਿਆ ਜਾਂਦਾ ਹੈ, ਔਰ ਉਸ ਵਕਤ ਤੁਸੀਂ ਦੇਖ ਲਓ ਕਾਗਜ਼ ਬਣਦਾ ਸੀ ਨਾ ਜੀ, ਉਸ ਤਾੜੀ ਦੇ ਰੁੱਖ ਤੋਂ ਬਣਦਾ ਸੀ। ਤਾੜੀ ਦੇ ਰੁੱਖ ਤੋਂ ਕਾਗਜ਼ ਬਣਾਇਆ ਜਾਂਦਾ ਸੀ, ਤੇ ਉਸ ਮੈਲੇ ਰੁੱਖ ਤੋਂ ਬਣੀ ਹੋਈ ਚੀਜ਼ ਵੀ ਮੈਲੀ। ਪਰ ਭਗਤ ਰਵਿਦਾਸ ਜੀ ਕਹਿੰਦੇ ਜਿਹੜਾ ਕਾਗਜ਼ ਮੈਲੇ ਰੁੱਖ ਤੋਂ ਬਣਿਆ, ਜਿਸ ਰੁੱਖ ਦੇ ਵਿੱਚੋਂ ਨਸ਼ਾ ਚੋਂਦਾ ਹੈ, ਉਸ ਰੁੱਖ ਤੋਂ ਕਾਗਜ਼ ਬਣਿਆ, ਪਰ ਉਸ ਮੈਲੇ ਕਾਗਜ਼ ਦੇ ਉੱਤੇ ਜੇ ਪਰਮਾਤਮਾ ਦੀ ਸਿਫਤ ਲਿਖ ਦਿੱਤੀ ਜਾਵੇ, ਭਾਵੇਂ ਉਹ ਕਾਗਜ਼ ਮੈਲਾ ਸੀ, ਪਰ ਪਰਮਾਤਮਾ ਦੀ ਜਦੋਂ ਸਿਫਤ ਲਿਖ ਦਿੱਤੀ, ਵੱਡੇ ਵੱਡੀਆਂ ਜਾਤਾਂ ਵਾਲੇ ਵੀ ਉਹਦੇ ਅੱਗੇ ਝੁਕ ਜਾਂਦੇ ਨੇ। ਉਸ ਕਾਗਜ਼ ਨੂੰ ਨਮਸਕਾਰ ਕੀਤੀ ਜਾਂਦੀ ਹੈ ਜਿਸ ਕਾਗਜ਼ ਤੇ ਪਰਮਾਤਮਾ ਦਾ ਨਾਮ ਲਿਖ ਦਿੱਤਾ ਜਾਂਦਾ ਹੈ। ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਉਤ ਲਿਖੀਐ ਤੇ ਉਪਰੇ, ਪੂਜੀਐ ਕਰ ਨਮਸਕਾਰੰ। ਮੈਲੇ ਰੁੱਖ ਤੋਂ ਬਣਿਆ ਹੋਇਆ ਕਾਗਜ਼ ਮੈਲਾ, ਪਰ ਉਹਦੇ ਤੇ ਜਦੋਂ ਰੱਬ ਦਾ ਨਾਮ ਲਿਖ ਦਿੱਤਾ ਗਿਆ, ਵੱਡੇ ਵੱਡੇ ਲੋਕ ਉਹਦੇ ਅੱਗੇ ਝੁਕ ਗਏ। ਮਹਾਰਾਜ ਕਹਿੰਦੇ ਭਾਵੇਂ ਕੋਈ ਨੀਵੀਂ ਜਾਤ ਵਿੱਚ ਵੀ ਪੈਦਾ ਹੋਇਆ ਹੋਵੇ, ਪਰ ਜੇ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਵੱਡੇ ਵੱਡੇ ਪੁਰੋਹਿਤ ਵੀ ਉਹਦੇ ਅੱਗੇ ਆ ਕੇ ਝੁਕ ਜਾਂਦੇ ਨੇ। ਪਹਿਲਾਂ ਭਗਤ ਰਵਿਦਾਸ ਜੀ ਨੇ ਕੁਝ ਕੁਦਰਤ ਦੀਆਂ ਉਦਾਹਰਨਾਂ ਲਈਆਂ, ਫਿਰ ਭਗਤ ਰਵਿਦਾਸ ਨੇ ਆਪਣੀ ਉਦਾਹਰਨ ਸਾਹਮਣੇ ਰੱਖ ਦਿੱਤੀ। ਭਗਤ ਰਵਿਦਾਸ ਜੀ ਬਚਨ ਕਰਦੇ ਨੇ, ਕਹਿੰਦੇ ਮੇਰੀ ਜਾਤ ਕੁੱਟ ਬੰਡਲਾ, ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੇ ਡੰਡੋਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਕਹਿੰਦੇ ਇੱਕ ਦਿਨ ਕੀ ਹੋਇਆ, ਜਿਹੜਾ ਸਮਾਜ ਮੈਨੂੰ ਦੁਰਕਾਰਦਾ ਸੀ, ਜਿਹੜਾ ਸਮਾਜ ਮੈਨੂੰ ਜਲੀਲ ਕਰਦਾ ਸੀ, ਜਿਹੜਾ ਸਮਾਜ ਮੈਨੂੰ ਦਲਿਤ ਕਹਿ ਕੇ ਬੰਦਗੀ ਕਰਨ ਤੋਂ ਰੋਕਦਾ ਸੀ, ਕਹਿੰਦੇ ਇੱਕ ਦਿਨ ਪਰਮਾਤਮਾ ਦੇ ਨਾਮ ਨੇ ਐਸੀ ਕਿਰਪਾ ਕੀਤੀ ਕਿ ਇਸ ਇਲਾਕੇ ਦਾ ਪ੍ਰਧਾਨ ਪੁਰੋਹਿਤ ਬ੍ਰਾਹਮਣ ਭਗਤ ਰਵਿਦਾਸ ਜੀ ਕਹਿੰਦੇ ਮੇਰੇ ਚਰਨਾਂ ਅੱਗੇ ਆ ਕੇ ਝੁਕ ਗਿਆ। ਝੁਕਿਆ ਹੀ ਨਹੀਂ, ਕਹਿੰਦੇ ਡੰਡੌਤ ਵੱਤ ਉਸ ਬ੍ਰਾਹਮਣ ਨੇ ਆ ਕੇ ਮੱਥਾ ਟੇਕ ਦਿੱਤਾ। ਤੇ ਭਗਤ ਰਵਿਦਾਸ ਕਹਿੰਦੇ ਮੇਰੇ ਹੱਥ ਜੁੜ ਗਏ ਪਰਮਾਤਮਾ, ਨੀਵੀਂ ਜਾਤ ਵਿੱਚ ਪੈਦਾ ਹੋਣ ਵਾਲਾ ਰਵਿਦਾਸ ਜਦੋਂ ਤੇਰੇ ਨਾਮ ਨਾਲ ਜੁੜਿਆ, ਅੱਜ ਵੱਡੇ ਵੱਡੇ ਪੁਰੋਹਿਤ ਵੀ ਉਹਦੇ ਚਰਨਾਂ ਅੱਗੇ ਝੁਕ ਗਏ, ਪਰ ਹੋਇਆ ਤਾਂ ਜੇ ਤੇਰੇ ਨਾਮ ਨਾਲ ਜੁੜੇ। ਤੋ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ, ਭਗਤ ਜੀ ਕਹਿੰਦੇ ਮੇਰੀ ਜਾਤ ਕੁੱਟ ਬੰਡਲਾ, ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ, ਵਿਪਰ ਦਾ ਅਰਥ ਬ੍ਰਾਹਮਣ, ਪ੍ਰਧਾਨ ਭਾਵ ਸਿਰਮੌਰ, ਅਬ ਵਿਪਰ ਪ੍ਰਧਾਨ ਤੈ ਕਰੈ ਡੰਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਵੱਡੇ ਵੱਡੇ ਬ੍ਰਾਹਮਣ ਵੀ ਉਹਦੇ ਅੱਗੇ ਝੁਕ ਗਏ, ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ। ਤੋ ਬੰਦਾ ਵੱਡਾ ਜਾਂ ਉੱਚਾ ਜਾਤ ਕਰਕੇ ਨਹੀਂ, ਬੰਦਾ ਵੱਡਾ ਜਾਂ ਨੀਵਾਂ ਕਰਮਾਂ ਕਰਕੇ ਹੁੰਦਾ ਹੈ ਸਤਸੰਗ। ਇਸ ਕਰਕੇ ਅਸੀਂ ਇਹ ਅਹਿਸਾਸ ਕਰਕੇ ਜਾਣਾ, ਮਹਾਰਾਜ ਅਸੀਂ ਆਪਣੀਆਂ ਫੋਕੀਆਂ ਜਾਤ ਦੇ ਹੰਕਾਰ ਦੇ ਵਿੱਚ ਡੁੱਬੇ ਰਹੇ, ਪਰ ਤੁਸੀਂ ਤਾਂ ਰੋਜ਼ ਕਹਿੰਦੇ ਹੋ ਖਸਮ ਵਿਸਾਰੇ ਤੇ ਕਮਜਾਤ, ਅਸੀਂ ਰੱਬ ਨੂੰ ਭੁਲਾਇਆ ਹੈ। ਮਹਾਰਾਜ ਅਸੀਂ ਕਮਜਾਤ, ਭਾਵੇਂ ਉੱਚੀਆਂ ਜਾਤਾਂ ਵਿੱਚ ਜਨਮ ਲੈਣ ਵਾਲੇ ਆ, ਮਹਾਰਾਜ ਮੈਂ ਕਮਜਾਤ ਹਾਂ ਕਿਉਂਕਿ ਮੈਂ ਤੇਰੀ ਯਾਦ ਭੁਲਾ ਦਿੱਤੀ। ਪਰ ਭਗਤ ਰਵਿਦਾਸ ਜੀ ਵਰਗੇ ਸਿਰਮੌਰ ਨੇ, ਸਭ ਤੋਂ ਵੱਡੇ ਨੇ, ਕਿਉਂਕਿ ਉਹਨਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸਿਆ। ਤੋ ਅੱਜ ਇਹ ਭਗਤ ਜੀ ਤੋਂ ਸਿੱਖਿਆ ਲੈ ਕੇ ਜਾਣੀ ਹੈ ਸਾਧ ਸੰਗਤ, ਕਦੀ ਵੀ ਘਰ ਦੇ ਵਿੱਚ ਕਾਰਜ ਕਰਨੇ ਨੇ। ਤੁਸੀਂ ਦੇਖੋ ਅਸੀਂ ਨਾ ਕੇਵਲ ਸੁਣਨ ਤੱਕ, ਸੁਣਾਉਣ ਤੱਕ ਸੀਮਤ ਰਹਿ ਜਾਂਦੇ ਹਾਂ। ਹੈਰਾਨੀ ਹੁੰਦੀ ਹੈ, ਗੁਰੂ ਨਾਨਕ ਦੇ ਘਰ ਜਨਮ ਲੈਣ ਵਾਲੇ ਵੀ ਜਦੋਂ ਕਾਰਜ ਕਰਦੇ ਨੇ ਨਾ, ਵਿਆਹ ਹੁੰਦਾ ਤੇ ਸਭ ਤੋਂ ਪਹਿਲਾਂ ਜਾਤ ਪੁੱਛੀ ਜਾਂਦੀ ਹੈ। ਇੱਕ ਜਾਣਾ ਕਹਿ ਵੀ ਦਵੇ ਨਾ ਜੀ ਮੈਂ ਜਾਤ ਤੇ ਬਲੀਵ ਨਹੀਂ ਕਰਦਾ, ਅਗਲੇ ਜ਼ਬਰਦਸਤੀ ਦੱਸਣਗੇ ਮੇਰੀ ਜਾਤ ਇਹ ਹੈ। ਮੈਂ ਦੱਸਣਾ ਫਰਜ਼ ਸਮਝਦਾ ਸੀ। ਕਾਹਦਾ ਫਰਜ਼? ਕੀ ਗੁਰੂ ਦੀ ਸਿੱਖਿਆ ਮੰਨਣਾ ਸਾਡਾ ਫਰਜ਼ ਨਹੀਂ? ਔਰ ਇਹ ਗੱਲ ਯਾਦ ਰੱਖਿਓ, ਗੁਰੂ ਦੀ ਸਿੱਖਿਆ ਮੰਨਣ ਵਾਲਾ ਉੱਚੀ ਜਾਤ ਵਾਲਾ ਹੈ। ਔਰ ਜਿਹੜਾ ਜਾਤ ਦੱਸ ਰਿਹਾ ਹੈ ਨਾ, ਉਹ ਜਾਤ ਦੱਸ ਕੇ ਭਾਵੇਂ ਉਹਦੀ ਜ਼ਬਾਨ ਚੋਂ ਇਹ ਨਿਕਲ ਰਿਹਾ ਜੀ ਮੈਂ ਫਲਾਣੀ ਉੱਚੀ ਜਾਤ ਵਾਲਾ, ਪਰ ਜਿਸ ਦੀ ਜ਼ਬਾਨ ਤੋਂ ਜਾਤ ਨਿਕਲ ਗਈ ਸਮਝ ਲਿਓ ਸਭ ਤੋਂ ਨੀਵੇਂ ਨੇ, ਕਿਉਂਕਿ ਗੁਰੂ ਦੀ ਸਿੱਖਿਆ ਵਿਸਾਰਨ ਵਾਲਾ ਨੀਵਾਂ ਹੀ ਹੁੰਦਾ, ਭਾਵੇਂ ਜਿਸ ਮਰਜ਼ੀ ਜਾਤ ਵਿੱਚ ਪੈਦਾ ਹੋਇਆ ਹੋਵੇ। ਸਾਹ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਇਹ ਭਗਤ ਰਵਿਦਾਸ ਜੀ ਤੋਂ ਅੱਜ ਆਪਾਂ ਸਿੱਖ ਕੇ ਜਾਣਾ। ਮਹਾਰਾਜ ਕਿਰਪਾ ਕਰੀ, ਜੇ ਅਸੀਂ ਉੱਚੀਆਂ ਜਾਤਾਂ ਵਿੱਚ ਪੈਦਾ ਹੋਏ ਆ, ਸਾਡੀ ਜਾਤ ਦੇ ਹੰਕਾਰ ਨੂੰ ਖਤਮ ਕਰ ਦੇਈ, ਤੇ ਜੇ ਅਸੀਂ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਆ, ਸਾਨੂੰ ਇੰਨੀ ਤਾਕਤ ਬਖਸ਼ੀ ਕਿ ਅਸੀਂ ਵੀ ਸਮਾਜ ਦੀਆਂ ਕੁਰੀਤੀਆਂ ਨਾਲ ਜੂਝ ਸਕੀਏ। ਇਹ ਬੰਦਸ਼ਾਂ ਤੋਂ ਬਾਹਰ ਨਿਕਲੀਏ ਸਾਧ ਸੰਗਤ। ਜੇ ਸੱਚੀ ਮਨਾਉਣ ਬੈਠੇ
ਫੇਰ ਹੀ ਮਨਾਇਆ ਸਾਡਾ ਸਫਲ ਹੈ। तो पहली शंका महाराज तो ये कीती, महाराज साडे ते कृपा करो, रहमत करो, असी भी ये जातां पातां तो उपर उठ सकीए। फिर दूसरी बेनती मैं तुहाडे चरनां ते करनी आ साध संगत, इस गल ते ध्यान दिओ, आ बचन मैं दोहराउणा चाहुंदा। महाराज कहंदे मेरी जात कुट वंड ला, क्योंकि ठीक है असी जात पात नहीं मननी, पर नाल ये भी गल जरूरी है भी नाम विच जुड़ना भी तां जरूरी है ना। मेरी जात कुट वंड ला, ढोर ढवंता, नित है बनारसी आस पासा, अब विपर प्रधान तै करे डंडौत, तेरे नाम शरण आए रविदास दासा। नाम दी शरणी आउणा, असीं सारिआं ने आउणा। भगत रवती पढ़दे आ साध संगत, तुसीं जाणदे होवोगे कि जिवें गुरु नानक साहब महाराज जी ने ब्राह्मणां दे वल्लों कीती हुई आरती दा खंडन कीता ते बचन उचारण कीता, गगन में थाल रव चंद दीपक बने। आरती दा पाठ करदे आ, भगत रविदास जी दा बचन आउंदा, नाम तेरो आरती मज्जन मुरारे, हर के नाम बिन झूठे सगल पासारे, नाम तेरो आसनो, नाम तेरो उरसा, नाम तेरा केसरो ले छिटकारे, नाम तेरा अंबला, नाम तेरो चंदनो, घस जपे नाम ले तुझे को चारे, नाम तेरा दीवा, नाम तेरो बाती, नाम तेरो तेल ले माहे पसारे, नाम तेरे की जोत लगाई, भयो उजियारो भवन सगलारे, नाम तेरो तागा, नाम फूल माला, भार 18 सगल जूठारे, तेरो किया तुझे क्या अर्पो, नाम तेरा तू ही चवर टोलारे। हे परमात्मा, मैं बाहरले कर्मकांडा तो ऊपर उठ गया, तेरा नाम ही मेरे वास्ते आरती है, तेरा नाम ही मेरे वास्ते दीवा है, तेरा नाम ही मेरे वास्ते बाती है, तेरा नाम ही मेरे वास्ते धागा है, तेरा नाम ही मेरे वास्ते फुल ने, तेरा नाम ही मेरे वास्ते माला है, तेरा नाम ही मेरे वास्ते चंदन है, सब कुछ मेरे वास्ते तेरा नाम ही है। मैं तेरे नाम नाल जुड़िया, मेरे सारे कर्म हो गए। इस करके परमात्मा दे नाम नाल जुड़ना बहुत जरूरी है। पर इत्थे मैं एक बेनती जरूर करनी चाहुंदा साध संगत, अज ना कुछ विचारां प्रचलित कीतियां जा रही ने साडे कुछ विद्वानां दे वल्लों। मैं पिछे जे एक विद्वान दी विचार सुन रहा सी एक रेडियो ते, ये ना सोचो भी मैं किसी विद्वान दी निंदा करन लग गया। मैं किसी दा नाम नहीं लैना, सिर्फ गुरबाणी दे विचों विचारां साझीआं करनियां। साध संगत अज एक विचार प्रचलित कीती जा रही है भी उच्चा किरदार दे नाल जिउणा यही सिमरन है, और जुबान करके जपण दा खंडन कीता जा रहा है। पर यह सच्चाई नहीं है साध संगत। ठीक है, उच्चे किरदार दे विच जिउणा, उच्चा किरदार होना, यह भी एक सिमरन दा स्टेज है, पर इहदा यह मतलब नहीं भी जुबान करके जपण दा खंडन कर देना। मैं कुछ गुरबाणी दे प्रमाण तुहाडे सामने रखने ने, और यह मैं बेनती तां करन लगा है कि जदों भी किसी विद्वान तो यह विचार सुनो कि जुबान करके जपण दा कोई महानता नहीं, महत्ता नहीं, सिर्फ गुणां नूं धारण करना ही सिमरन है। उन्हां तो जिहड़े प्रमाण मैं तुहाडे सामने रखांगा, कृपा करके हाथ जोड़ के उन्हां नूं बेनती कर दिया करो, भाई साहब जी इन्हां बचनां दी विचार करके अगे गल करियो, क्योंकि जे इन्हां दी विचार नहीं तो सिमरन दी विचार नहीं हो सकती। एक गल हमेशा याद रखियो साध संगत, गुरबाणी ने इन्हां नूं सिमरन नूं 3 स्टेजिस दे विच मन्निया। सिमरन दीयां 3 स्टेजिस हुंदियां गुरबाणी दे विच बड़े प्रमाण मिलणगे। आपां बचन पढ़दे हां, मन बच क्रम आराध्य करता तिस नाही कदे सजाई है, मन बच कर्म आराध्य हर हर, साध संग सुख पाया, मन बच क्रम प्रभ एक त्याए, मन बच क्रम राम नाम चितारी। सिमरन नूं 3 स्टेजिस विच मन्निया, एक मन करके जपना, एक बचना करके जपना, एक कर्मा करके जपना। इत्थे मैं थोड़ा जिहा रुकना चाहुंदा। क्यों रुकिया इत्थे साध संगत? क्योंकि आपां ये विचार तां करिए कि जिन्हां थम्मां दे जरिए भगत रविदास जी एडे उच्चे जीवन वाले बने, उन्हां थम्मां नूं अज कढिया जा रहा। ਜਿਹੜਾ ਬੰਦਾ सेवा ते सिमरन विच जुड़ गया वो फिर भगत रविदास हो गया, भगत कबीर हो गया, भगत धन्ना हो गया। पर जिहदी जिंदगी चों सेवा ते सिमरन निकल गया वो फिर औरंगजेब हो गया, जहांगीर हो गया, कोई चंदू हो गया ते कोई गंगू हो गया। सिमरन तो टुटा बंदा ही चंदू या गंगू बन सकता है, ते सिमरन नाल जुड़िया बंदा ही रविदास बन सकता है, भगत कबीर बन सकता है, भगत धन्ना बन सकता है। इस करके इस पक्ष नूं विचारना बहुत जरूरी है। सिमरन दीयां 3 स्टेज ने साध संगत। सब तो पहला स्टेज है जुबान करके जपना।
ਰਸਨਾ ਕਰਕੇ ਜਪਣਾ। ਮੈਂ ਥੋੜੇ ਜਿਹੇ ਗੁਰਬਾਣੀ ਚੋਂ ਪ੍ਰਮਾਣ ਲੈਣੇ ਚਾਹੁੰਦਾ। ਤੁਸੀਂ ਜਿੰਨੇ ਮਰਜ਼ੀ ਡੂੰਘੇ ਤੋਂ ਡੂੰਘੇ ਉਹਦੇ ਅਰਥ ਕਰਦੇ ਹੋ, ਅਰਥ ਉਹਦੇ ਇਹੀ ਨਿਕਲਣੇ ਨੇ ਵੀ ਜ਼ਬਾਨ ਕਰਕੇ ਜਪੋ। ਇੱਕ ਬਚਨ ਆਉਂਦਾ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਨੇ ਉਚਰੋ ਰਾਮ ਨਾਮ ਲੱਖ ਵਾਰੀ। ਹੁਣ ਉਚਰੋ ਦੇ ਅਰਥ ਕੀ ਕਰਾਂਗੇ? ਉਚਰੋ ਦੇ ਸਿੱਧੇ ਤੇ ਸਪਸ਼ਟ ਅਰਥ ਨੇ ਉਚਾਰਨ ਕਰਨਾ, ਪ੍ਰਨਾਉਂਸ ਕਰਨਾ, ਆਪਣੀ ਜ਼ਬਾਨ ਤੋਂ ਬੋਲਣਾ। ਉਚਰੋ ਦੇ ਅਰਥ ਕੱਢ ਲਾਂਗੇ ਕੋਈ ਹੋਰ? ਮਹਾਰਾਜ ਕਹਿੰਦੇ ਉਚਰੋ, ਉਚਾਰਨ ਕਰ। ਕੀ? ਰਾਮ ਨਾਮ ਲੱਖ ਵਾਰੀ। ਲੱਖ ਵਾਰੀ ਤੋਂ ਭਾਵ ਅਨੇਕਾਂ ਵਾਰ ਉਚਾਰਨ ਕਰ। ਹੋਰ ਬਚਨ ਪੜੋ। ਮਹਾਰਾਜ ਕਹਿੰਦੇ ਰਸਨਾ ਨਾਮ ਜਪੈ ਤਬ ਮਥੀ ਹੈ। ਰਸਨਾ ਦਾ ਅਰਥ ਕੀ ਕਰਦੇ ਆ? ਜ਼ੁਬਾਨ, ਸਾਡੀ ਜੀਭ। ਹੋਰ ਬਚਨ ਪੜੋ। ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਠੀਕ ਹੈ, ਅੰਦਰੋਂ ਮਨ ਕਰਕੇ ਵੀ ਆਰਾਧਨਾ। ਇਹ ਨਹੀਂ ਵੀ ਮਨ ਕਰਕੇ ਭੁਲਾ ਦੇਣਾ, ਮਨ ਕਰਕੇ ਸਾਡੇ ਅੰਦਰ ਵੀ ਪ੍ਰਮਾਤਮਾ ਦੀ ਯਾਦ ਹੋਵੇ। ਪਰ ਮਹਾਰਾਜ ਕਹਿੰਦੇ ਜ਼ੁਬਾਨ ਕਰਕੇ ਵਿਸਾਰ ਨਹੀਂ ਦੇਣਾ। ਜਿਹਵਾ ਜਪ ਗੁਰ ਨਾਮ, ਜ਼ੁਬਾਨ ਕਰਕੇ ਵੀ ਗੁਰੂ ਦਾ ਨਾਮ ਜਪ। ਹੁਣ ਇਹਦੇ ਅਰਥ ਕੀ ਕੱਢਾਂਗੇ? ਜਿਹਵਾ ਜਪ ਗੁਰ ਨਾਮ ਦੇ ਅਰਥ ਕੀ ਕੱਢਾਂਗੇ? ਹੋਰ ਕਿੰਨੇ ਮਰਜ਼ੀ ਬਚਨ ਪੜ੍ਹ ਲਓ। ਕਬੀਰ ਸਾਹਿਬ ਦੇ ਬਚਨ ਪੜੋ। ਮਹਾਰਾਜ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਰਸਨਾ ਦਾ ਅਰਥ ਕੀ ਹੈ? ਜੀਭ। ਕਹਿੰਦੇ ਮੇਰੀ ਜ਼ੁਬਾਨ ਹੀ ਮੇਰੇ ਵਾਸਤੇ ਮਾਲਾ ਬਣ ਗਈ, ਕਿਉਂਕਿ ਮੈਂ ਆਪਣੀ ਜ਼ੁਬਾਨ ਤੋਂ ਵਾਰ-ਵਾਰ ਪ੍ਰਮਾਤਮਾ ਦਾ ਨਾਮ ਲੈਣਾ ਹੈ ਔਰ ਮੇਰੀ ਜ਼ੁਬਾਨ ਹੀ ਮੇਰੇ ਵਾਸਤੇ ਸਿਮਰਨੀ ਹੈ। ਇਹੀ ਮੇਰੀ ਮਾਲਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। तो ऐसे बड़े प्रमाण मिल जाएंगे। मेरे को खुला समा नहीं है क्योंकि आप भगत रविदास जी के जीवन ते आना है। सिमरन की पहली स्टेज जुबान करके जपना। ते जेड़ा बंदा जुबान करके जपन का खंडन कर रहा है ना, आ प्रमाण उहदे सामने रख के उहदे तो सवाल जरूर पूछियो। फिर नाल ना मैं कुछ वो भी बचन सामने रख देवा जिन्हां बचनां नूं वरत के जुबान करके जपन का खंडन कर दिता जाता है। तुसी अक्सर उन्हां दे विद्वानां दी ज़बान तो सुनिया होवेगा, एक बचन अक्सर कहा जाता भी राम राम करता सब जग फिरै राम ना पाया जाए। ये बचन कह के इस गल का खंडन कर दिता जाता भी जुबान करके जपन का फायदा नहीं। फिर एक अपने भाई गुरदास जी का कविता रखा जाता है सामने कि खांड खांड कहे जेबा ना स्वाद मीठो आवे, अगन अगन कहे सीत ना विनाश है। भी भाई गुरदास जी कहते भी खंड खंड क्या जुबान ते मिठास नहीं आ जाती। फिर रब रब क्या रब किवें मिल जूगा? रब रब क्या रब किवें मिल जूगा? पर मैं बेनती करा एक एक तुक सुना के जे कोई निचोड़ कढ़दा है ना, उन्होंने शब्द पूरा सुनाया करो। मैं ये दोनों शब्द पूरे तुहाडे सामने रखने ने ताकि मैं तक कढ़ सका भी उन्होंने शब्दों का सही भाव की कढ़िया जा रहा, पर किहड़ा भाव सानू दिखाया जा रहा। भाव कुछ होर दिखाया जा रहा तो गुरु साहब कुछ होर कह रहे हैं। सब तो पहला बचन सुनियो, महाराज कहते राम राम करता सब जग फिरै, राम ना पाया जाए, अगम अगोचर अत वड्डा, अतुल ना तुलिया जाए, कीमत किने ना पाइया किते ना लिया जाए। ये बचना दी जो तीनों तुका पढ़ोगे, मैं लास्ट दो तुका भी रखांगा क्योंकि वो तो सारे भाव क्लीयर हो जाने भी इस शब्द का भाव की। पहली तो गल इस शब्द दे विच उस परमात्मा की सिफत की गई है कि वह परमात्मा अपार है, बेअंत है, ते उन्होंने ना बुद्धि दे नाल पकड़ विच लिआंदा जा सकता है, ना उन्होंने रसना दे नाल कह कह के पकड़ च लिआंदा जा सकता है। इत्थे जपन का खंडन नहीं किया जा रहा, इत्थे सिद्धांत दिता जा रहा है भी जपना जरूर है, पर यह ना समझ बैठे भी जप जप के उस रब नूं काबू कर लवांगे। जिवें जपजी साहब दे विच पढ़दे हैं ना, गावे को तान होवे कि शैतान, गावे को दात जाने निशान, गावे को गुण वडियाइयां चार, गावे को विद्या विखम विचार। उन्होंने गाउणा है पर यह ना समझ बैठे भी उन्होंने असीं कथन कर देवांगे। कथना कथी ना आवे तोट। गाउणा जरूर है, इस करके गाउणा है कि मैं भी उहदे वर्गा बन सका, उहदे गुणां नूं जीवन ते धारण कर सका। इस करके नहीं गाउणा भी मैं उहदा अंत पा लेना, उन्होंने जपना है, पर इस करके नहीं जपना भी उहदा अंत पा सकते हैं। इस करके जपना है ताकि उहदे गुण साडे अंदर भी आ सकन। तो इस करके जिहड़ा आ शब्द है कि राम राम करता सब जग फिरै, राम ना पाया जाए, अगली तुक विच तां फिर ज्ञान का भी खंडन किया जा रहा भी ज्ञान लैना सब कुछ है। अगली तुक विच तां ज्ञान का भी खंडन हो गया भी अगम अगोचर अत वड्डा, वो परमात्मा साडी बुद्धि की पहुंच तो परे है, बुद्धि की पकड़ च नहीं आ सकता। हुण इत्थे तां ज्ञान का भी खंडन हो गया, पर इहदा ये मतलब नहीं कि असीं ज्ञान नहीं लैना, असीं जपना नहीं।
ਇਹਦਾ ਭਾਵ ਅਰਥ ਕੀ ਹੈ? ਹੁਣ ਸੁਣਿਓ ਸਾਰਾ ਸ਼ਬਦ। ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਅਗਮ ਅਗੋਚਰ ਅਤ ਵੱਡਾ, ਅਤੁੱਲ ਨਾ ਤੁਲਿਆ ਜਾਏ, ਕੀਮਤ ਕਿਨੈ ਨਾ ਪਾਈਆ, ਕਿਤੈ ਨਾ ਲਿਆ ਜਾਏ, ਗੁਰ ਕੈ ਸ਼ਬਦ ਮਨ ਭੇਦਿਆ, ਇਨ ਬਿਦ ਵਸਿਆ ਮਨ ਆਏ, ਨਾਨਕ ਆਪ ਅਮੇਉ ਹੈ, ਗੁਰ ਕਿਰਪਾ ਤੇ ਰਹਿਆ ਸਮਾਏ। ਉਹਨੂੰ ਜਪਣਾ ਜ਼ਰੂਰ ਹੈ, ਪਰ ਇਹ ਨਾ ਸੋਚ ਬੈਠੋ ਵੀ ਮੈਂ ਆਪਣੀ ਮਿਹਨਤ ਸਦਕਾ ਉਹਨੂੰ ਪਾ ਸਕਦਾ ਹੈ। ਰੱਬ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਸ ਸ਼ਬਦ ਦੇ ਵਿੱਚ ਗੁਰ ਪ੍ਰਸਾਦ ਦੀ ਗੱਲ ਕੀਤੀ ਗਈ, ਕਿਉਂਕਿ ਇਹ ਗੱਲ ਤਾਂ ਕਲੀਅਰ ਹੈ ਨਾ ਸਾਧ ਸੰਗਤ ਕਿ ਭਾਵੇਂ ਅਸੀਂ ਉੱਦਮ ਕਰਨਾ ਪਰ ਹਿਰਦੇ ਵਿੱਚ ਇਹ ਅਹਿਸਾਸ ਹੋਵੇ ਕਿ ਸਾਡੇ ਉੱਦਮ ਨੂੰ ਵੀ ਫਲ ਤਾਂ ਲੱਗਣਾ ਜੇ ਮੇਰਾ ਗੁਰੂ ਕਿਰਪਾ ਕਰੇਗਾ। ਗੁਰਪ੍ਰਸਾਦ ਦੀ ਗੱਲ ਕੀਤੀ ਗਈ ਇਸ ਸ਼ਬਦ ਦੇ ਵਿੱਚ। ਫਿਰ ਭਾਈ ਗੁਰਦਾਸ ਜੀ ਦਾ ਜਿਹੜਾ ਬਚਨ ਸਾਹਮਣੇ ਰੱਖਿਆ ਜਾਂਦਾ, ਉਹ ਕਵਿਤ ਵੀ ਮੈਂ ਪੂਰਾ ਤੁਹਾਡੇ ਸਾਹਮਣੇ ਰੱਖ ਦੇਵਾਂ। ਭਾਈ ਗੁਰਦਾਸ ਜੀ ਦਾ ਬਚਨ ਹੈ, ਮਹਾਰਾਜ ਕਹਿੰਦੇ ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮੀਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਬੈਦ ਬੈਦ ਕਹਿ ਰੋਗ ਮਿਟੈ ਨਾ ਕਾਹੂ ਕੋ, ਦਰਬ ਦਰਬ ਕਹਿ ਦਰਬੈ ਨਾ ਬਿਲਾਸ ਹੈ। ਤੇ ਅਗਲਾ ਬਚਨ ਹੈ ਚੰਦਨ ਚੰਦਨ ਕਹਿ ਪ੍ਰਗਟੇ ਨਾ ਉਦਾਸ ਸੁਗੰਧ ਬਾਸ, ਤੇ ਮਹਾਰਾਜ ਕਹਿੰਦੇ ਚੰਦਰ ਚੰਦਰ ਕਹਿ ਉਜਿਆਰੂ ਨਾ ਪ੍ਰਗਾਸ ਹੈ। ਉਦਾਹਰਨਾਂ ਰੱਖੀਆਂ ਪਹਿਲਾਂ ਸਾਹਮਣੇ। ਕਹਿੰਦੇ ਨੇ ਵੀ ਜਿਵੇਂ ਚੰਦਰਮਾ ਚੰਦਰਮਾ ਕਿਹਾ ਪ੍ਰਕਾਸ਼ ਨਹੀਂ ਹੋ ਜਾਣਾ, ਖੰਡ ਖੰਡ ਕਿਹਾ ਜ਼ਬਾਨ ਨੇ ਮਿੱਠੀ ਨਹੀਂ ਹੋ ਜਾਣਾ, ਇਸੇ ਤਰ੍ਹਾਂ ਧੰਨ ਧੰਨ ਕਿਹਾ ਕਿਸੇ ਨੇ ਧਨਵਾਨ ਨਹੀਂ ਹੋ ਜਾਣਾ, ਅੱਗ ਅੱਗ ਕਿਹਾ ਕਿਸੇ ਦੀ ਠੰਡ ਦੂਰ ਨਹੀਂ ਹੋ ਜਾਣੀ। ਪਰ ਇਹਦਾ ਤਤ ਭਾਵ ਉਹ ਨਹੀਂ ਜਿਹੜੇ ਵਿਦਵਾਨ ਕੱਢਦੇ ਨੇ, ਤਤ ਭਾਵ ਉਹ ਲੈਣਾ ਜਿਹੜਾ ਭਾਈ ਗੁਰਦਾਸ ਜੀ ਕਹਿੰਦੇ। ਆਖਰੀ ਪੰਕਤੀ ਸੁਣਿਓ। ਤੇ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਦਿਆਂ, ਕਈ ਵਾਰੀ ਨਾ ਕੁਝ ਚਲਾਕੀਆਂ ਕੀਤੀਆਂ ਜਾਂਦੀਆਂ ਨੇ ਸਾਧ ਸੰਗਤ। ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ, ਸਿਧਾਂਤ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਲਈਆਂ ਜਾਂਦੀਆਂ ਨੇ, ਨਾ ਕਿ ਉਦਾਹਰਨਾਂ ਤੋਂ ਕੋਈ ਸਿਧਾਂਤ ਬਣਿਆ। ਉਦਾਹਰਨਾਂ ਨੂੰ ਕਿਸੇ ਮਾਸੇ ਮਰਜ਼ੀ ਲੈ ਜਾਓ, ਉਦਾਹਰਨਾਂ ਕਰਕੇ ਸਿਧਾਂਤ ਨਹੀਂ ਬਣਿਆ। ਸਿਧਾਂਤ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਲਈਆਂ ਜਾਂਦੀਆਂ ਨੇ, ਤੇ ਉਦਾਹਰਨ ਦਾ ਪੱਖ ਉਹੀ ਸਮਝਣਾ ਹੁੰਦਾ ਹੈ ਜਿਹੜਾ ਪੱਖ ਉਸ ਸ਼ਬਦ ਦੇ ਵਿੱਚ ਕਿਹਾ ਜਾਂਦਾ ਹੈ। ਅਸੀਂ ਕੀ ਕਰਦੇ ਆ ਵੀ ਉਦਾਹਰਨ ਉਹੀ ਚੱਕ ਲੈਂਦੇ ਆ ਜਿਹੜੀ ਗੁਰੂ ਸਾਹਿਬ ਨੇ ਬਖਸ਼ੀ, ਤੇ ਭਾਵ ਆਪਦਾ ਦੱਸ ਜਾਂਦੇ ਆ। ਜਿਵੇਂ ਮੈਂ ਹੈਰਾਨ ਹੋਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਪੜ੍ਹਦੇ ਆ ਤੇ ਗੁਰੂ ਤੇਗ ਬਹਾਦਰ ਜੀ ਨੇ ਨਾ ਕੁੱਤੇ ਦੀ ਉਦਾਹਰਨ ਲਈ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਹਿੰਦੇ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ, ਉਹਦਾ ਸਰੀਰ ਇਸ ਤਰ੍ਹਾਂ ਹੈ ਜਿਵੇਂ ਕੁੱਤੇ ਦਾ ਸਰੀਰ ਹੈ, ਜਿਵੇਂ ਸੂਰ ਦਾ ਸਰੀਰ ਹੈ। ਹੁਣ ਇੱਥੇ ਕੁੱਤੇ ਦੀ ਉਦਾਹਰਨ ਕਿਵੇਂ ਸਮਝਣੀ ਹੈ? ਜੇ ਹੁਣ ਕੋਈ ਇਹ ਕਵੇ ਵੀ ਕੁੱਤਾ ਵਫਾਦਾਰ ਹੈ, ਇੱਥੇ ਨੂੰ ਕੁੱਤੇ ਦੀ ਵਫਾਦਾਰੀ ਵਾਲਾ ਪੱਖ ਨਹੀਂ ਲਿਆ ਜਾ ਸਕਦਾ। ਉਹ ਲੈਣਾ ਹੈ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੈ। ਕੀ ਲੈਣਾ ਹੈ? ਜਿਵੇਂ ਕੁੱਤਾ ਭਟਕਦਾ ਹੈ, ਥਾਂ ਥਾਂ ਤੇ ਮੂੰਹ ਮਾਰਦਾ ਹੈ, ਜਿਵੇਂ ਸੂਰ ਭਟਕਦਾ ਹੈ, ਜਿਹਦੇ ਹਿਰਦੇ ਵਿੱਚ ਰੱਬ ਦੀ ਭਗਤੀ ਨਹੀਂ, ਉਹ ਵੀ ਭਟਕਦਾ ਹੀ ਮਰ ਜਾਂਦਾ, ਉਹਦੀ ਭਟਕਣਾ ਵੀ ਮੁੱਕਦੀ ਨਹੀਂ। ਤੇ ਅਗਲਾ ਬਚਨ ਪੜੋ, ਫਿਰ ਉਹਦੇ ਵਿੱਚ ਕੁੱਤੇ ਦੀ ਦੂਸਰਾ ਪੱਖ ਲੈ ਲਿਆ। ਸੁਆਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਥੇ ਵੀ ਹੁਣ ਕੁੱਤੇ ਦੀ ਉਦਾਹਰਨ ਲਈ, ਪਰ ਇੱਥੇ ਕੁੱਤੇ ਦਾ ਭਾਵ ਵਫਾਦਾਰੀ ਲੈਣਾ। ਇਹਦਾ ਮਤਲਬ ਕੀ ਹੋਇਆ ਕਿ ਉਦਾਹਰਨਾਂ ਤੋਂ ਜੋ ਮਰਜ਼ੀ ਨਿਚੋੜ ਕੱਢ ਦੋ, ਪਰ ਅਸੀਂ ਉਹੀ ਨਿਚੋੜ ਲੈਣਾ ਜਿਹੜਾ ਗੁਰੂ ਸਾਹਿਬ ਨੇ ਕੱਢਿਆ, ਨਾ ਕਿ ਆਪਦੇ ਦਿਮਾਗ ਦੇ ਨਾਲ ਕੱਢ ਦੇਣਾ। ਹੁਣ ਜਿਹੜਾ ਖਾਂਡ ਖਾਂਡ ਕਹੇ ਵਾਲਾ ਕਵਿਤ ਹੈ, ਇਹਦਾ ਭਾਵ ਅਰਥ ਆਖਰੀ ਤੁਕ ਦੇ ਵਿੱਚ ਭਾਈ ਗੁਰਦਾਸ ਦੱਸਦੇ ਨੇ, ਤੇ ਉਸ ਕਵਿਤ ਦੀ ਆਖਰੀ ਤੁਕ ਹੈ ਭਾਈ ਗੁਰਦਾਸ ਜੀ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਇੱਥੇ ਜਪਣ ਦਾ ਖੰਡਨ ਨਹੀਂ, ਇੱਥੇ ਫੋਕੇ ਗਿਆਨ ਦਾ ਖੰਡਨ ਕੀਤਾ ਗਿਆ। ਜਿਵੇਂ ਖੰਡ ਖੰਡ ਕਹਿਆ ਜ਼ਬਾਨ ਮਿੱਠੀ ਨਹੀਂ ਹੋ ਜਾਣੀ, ਇਸੇ ਤਰ੍ਹਾਂ ਕੇਵਲ ਗਿਆਨ ਦੀਆਂ ਗੱਲਾਂ ਕਰ ਲੈਣ ਦੇ ਨਾਲ ਕੋਈ ਉੱਚੇ ਜੀਵਨ ਵਾਲਾ ਨਹੀਂ ਹੋ ਜਾਂਦਾ। ਉਸ ਗਿਆਨ ਨੂੰ ਕਮਾਉਣਾ ਪੈਂਦਾ, ਫਿਰ ਕੋਈ ਉੱਚੇ ਜੀਵਨ ਵਾਲਾ ਹੁੰਦਾ। ਫਿਰ ਸੁਣਿਓ, ਇੱਥੇ ਜਪਨ ਦਾ ਖੰਡਨ ਨਹੀਂ ਹੈ। ਤੈਸੇ ਗਿਆਨ ਗੋਸ਼ਟ, ਗਿਆਨ ਗੋਸ਼ਟ ਨੂੰ ਕੀ ਕਹਿੰਦੇ? ਗਿਆਨ ਦੀਆਂ ਵਿਚਾਰਾਂ ਕਰਨੀਆਂ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਜਿਹੜਾ ਗਿਆਨ ਦੀ ਗੱਲ ਨੂੰ ਜੀਵਨ ਤੇ ਕਮਾਏਗਾ ਉਹੀ ਉੱਚਾ ਹੈ, ਕੇਵਲ ਗਿਆਨ ਦੀਆਂ ਗੱਲਾਂ ਕਰ ਲੈਣ ਦੇ ਨਾਲ ਕੋਈ ਉੱਚਾ ਨਹੀਂ ਹੋ ਜਾਂਦਾ। ਤੇ ਮੈਂ ਕਵਿਤ ਜਾਂ ਉਹ ਬਚਨ ਤਾਂ ਸਾਹਮਣੇ ਰੱਖਿਆ ਵੀ ਇਹ ਬਚਨ ਪੜ ਕੇ ਭੁਲੇਖੇ ਪਾਏ ਜਾ ਰਹੇ ਨੇ, ਪਰ ਸਿਮਰਨ ਦੀ ਪਹਿਲੀ ਸਟੇਜ ਜ਼ੁਬਾਨ ਕਰਕੇ ਜਪਣਾ ਹੈ। ਉਚਰੋ ਰਾਮ ਨਾਮ ਲੱਖ ਵਾਰੀ, ਜਿਵੇਂ ਹੁਣੇ ਭੈਣ ਜੀ ਹੁਣੀ ਸਿਮਰਨ ਕਰਾ ਕੇ ਗਏ, ਅਸੀਂ ਜਪਣਾ ਰਸਨਾ ਕਰਕੇ। ਪਰ ਅਗਲੀ ਗੱਲ ਇਹ ਵੀ ਧਿਆਨ 'ਚ ਰੱਖਣੀ ਆ ਵੀ ਕੇਵਲ ਜ਼ੁਬਾਨ ਕਰਕੇ ਜਪਣ ਤੱਕ ਸੀਮਤ ਨਹੀਂ ਰਹਿ ਜਾਣਾ, ਆਪਣਾ ਧਿਆਨ ਵੀ ਉਸ ਜਾਪ ਦੇ ਵਿੱਚ ਜੋੜਨਾ। ਇਹ ਨਹੀਂ ਵੀ ਜ਼ੁਬਾਨ ਕਹੀ ਜਾ ਰਹੀ ਆ ਤੇ ਮਨ ਖਰੀਦਦਾਰੀਆਂ ਕਰ ਰਿਹਾ।
ਜ਼ੁਬਾਨ ਤੋਂ ਬੋਲਦੇ ਆ। ਮੈਂ ਅਕਸਰ ਕਹਿੰਦਾ ਹੁੰਦਾ ਹੈ, ਨਿਤਨੇਮ ਕਰਨਾ ਕੇਵਲ ਬੋਲਣ ਦਾ ਅਭਿਆਸ ਨਹੀਂ ਹੈ, ਨਿਤਨੇਮ ਕਰਨਾ ਕੰਨਾਂ ਤੋਂ ਸੁਣਨ ਦਾ ਵੀ ਅਭਿਆਸ ਹੈ। ਵਾਹਿਗੁਰੂ ਵਾਹਿਗੁਰੂ ਜਪਣਾ ਕੇਵਲ ਜ਼ੁਬਾਨ ਤੋਂ ਜਪਣ ਦਾ ਅਭਿਆਸ ਨਹੀਂ ਹੈ, ਕੰਨਾਂ ਤੋਂ ਸੁਣਨ ਦਾ ਵੀ ਅਭਿਆਸ ਹੈ। ਜਦੋਂ ਵੀ ਅਸੀਂ ਜ਼ੁਬਾਨ ਤੋਂ ਜਪਦੇ ਆ, ਅਸੀਂ ਕੰਨਾਂ ਕਰਕੇ ਤੇ ਧਿਆਨ ਇੱਧਰ ਲਾਉਣਾ ਵੀ ਮੇਰੀ ਜ਼ੁਬਾਨ ਕਹਿ ਕੀ ਰਹੀ ਹੈ। ਜਦੋਂ ਪੜ੍ਹਦੇ ਇੱਕ ਓੰਕਾਰ, ਉਦੋਂ ਸਾਡਾ ਧਿਆਨ ਪ੍ਰਮਾਤਮਾ ਦੇ ਗੁਣਾਂ ਵਿੱਚ ਜੁੜ ਜਾਣਾ ਚਾਹੀਦਾ ਹੈ। ਸਾਧ ਸੰਗਤ ਤੋਂ ਸਿਮਰਨ ਦੀ ਪਹਿਲੀ ਸਟੇਜ ਰਸਨਾ ਕਰਕੇ ਜਪਣਾ ਹੈ, ਸਿਮਰਨ ਦੀ ਦੂਜੀ ਸਟੇਜ ਮਨ ਕਰਕੇ ਜਪਣਾ ਹੈ। ਕਿਉਂਕਿ ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਜ਼ੂਰ। ਜੇ ਮਨ ਹਜ਼ੂਰੀ ਚਾਹੇਗਾ, ਸਤਿਗੁਰੂ ਦਾ ਮਿਲਾਪ ਤਾਂ ਹੈ। ਮਹਾਰਾਜ ਕਹਿੰਦੇ ਨੇ, ਭਾਈ ਰੇ ਇੱਕ ਮਨ ਨਾਮ ਤੇ ਆਏ, ਇਕਾਗਰ ਮਨ ਦੇ ਨਾਲ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ। ਅੰਤਰ ਗੁਰ ਆਰਾਧਨਾ ਜੇ ਜ਼ਬਾਨ ਕਰਕੇ ਜਪਦਾ ਹੈ, ਆਪਣਾ ਮਨ ਵੀ ਉਸ ਸਿਮਰਨ ਵਿੱਚ ਜੋੜ। ਤੋ ਸਿਮਰਨ ਦੀ ਦੂਜੀ ਸਟੇਜ, ਸਿਮਰਨ ਦੀ ਪਹਿਲੀ ਸਟੇਜ ਰਸਨਾ ਕਰਕੇ ਜਪਣਾ, ਸਿਮਰਨ ਦੀ ਦੂਜੀ ਸਟੇਜ ਮਨ ਕਰਕੇ ਜਪਣਾ, ਤੇ ਸਿਮਰਨ ਦੀ ਤੀਜੀ ਸਟੇਜ ਹੈ ਤੇਰੀ ਕਰਨੀ ਵਿੱਚ ਵੀ ਸਿਮਰਨ ਹੋਵੇ। ਮਨ, ਬਚ ਤੇ ਕਰਮ। ਮਨ ਕਰਕੇ ਵੀ ਸਿਮਰਨ ਕਰਨਾ ਹੈ, ਬਚਨਾ ਕਰਕੇ ਵੀ ਤੇ ਕਰਮਾਂ ਕਰਕੇ ਵੀ। ਹੁਣ ਕਰਨੀ 'ਚ ਸਿਮਰਨ ਕਿਵੇਂ ਹੋ ਸਕਦਾ? ਆਪਾਂ ਕਿਹਦਾ ਸਿਮਰਨ ਕਰਦੇ ਆ? ਪ੍ਰਮਾਤਮਾ ਦਾ ਸਿਮਰਨ ਕਰਦੇ ਆ। ਉਹ ਪ੍ਰਮਾਤਮਾ ਜਿਹੜਾ ਨਿਰਭਉ ਹੈ, ਜਿਹਦੇ ਜੀਵਨ ਵਿੱਚ ਨਿਰਭੈਤਾ ਆ ਗਈ, ਸਮਝੋ ਉਹਦਾ ਜੀਵਨ ਵੀ ਸਿਮਰਨ ਕਰ ਰਿਹਾ। ਜਿਹਦੇ ਜੀਵਨ ਦੇ ਵਿੱਚ ਨਿਰਵੈਰਤਾ ਆ ਗਈ, ਸਮਝੋ ਉਹਦੇ ਜੀਵਨ 'ਚ ਸਿਮਰਨ ਆ ਗਿਆ। ਜਿਹੜਾ ਬੰਦਾ ਜੀਵਨ ਕਰਕੇ ਪਰਉਪਕਾਰੀ ਹੋ ਗਿਆ, ਉਹਦਾ ਜੀਵਨ ਹੀ ਸਿਮਰਨ ਕਰਨ ਲੱਗ ਗਿਆ। ਇਹ ਤਿੰਨੋਂ ਸਟੇਜਸ ਨੇ। ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਇਹ ਸਿਮਰਨ ਦੀ ਤੀਜੀ ਸਟੇਜ। ਜਦੋਂ ਅਸੀਂ ਕਿਰਤ ਕਰਦੇ ਆ, ਮਾਫ ਕਰਿਓ ਕਈ ਅੰਮ੍ਰਿਤ ਵੇਲੇ ਜਪ ਕੇ ਜਾਂਦੇ ਨੇ, ਪਰ ਕਿਰਤ ਕਰਦੇ ਆ ਜੇ ਠੱਗੀਆਂ ਠੋਰੀਆਂ ਕਰ ਰਹੇ ਨੇ, ਇਹਦਾ ਮਤਲਬ ਸਿਮਰਨ ਦੀ ਤੀਜੀ ਸਟੇਜ ਨਹੀਂ ਮਿਲੀ। ਜ਼ੁਬਾਨ ਕਰਕੇ ਜਪ ਰਿਹਾ, ਤੇਰੀ ਕਰਨੀ 'ਚ ਤਾਂ ਸਿਮਰਨ ਹੈ ਹੀ ਨਹੀਂ, ਤੇਰੀ ਕਰਨੀ 'ਚ ਤਾਂ ਪ੍ਰਮਾਤਮਾ ਦੀ ਯਾਦ ਹੈ ਹੀ ਨਹੀਂ। ਜਿਹਦੀ ਕਰਨੀ 'ਚ ਵੀ ਸਿਮਰਨ ਆ ਗਿਆ, ਉਹ ਕਿਰਤ ਕਰਦਿਆਂ ਕਦੀ ਕਰਪਸ਼ਨ ਨਹੀਂ ਕਰੇਗਾ, ਕਦੀ ਕਿਸੇ ਦਾ ਬੁਰਾ ਨਹੀਂ ਕਰੇਗਾ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖੇਗਾ। ਅਸੀਂ ਜ਼ੁਬਾਨ ਕਰਕੇ ਵੀ ਜਪਣਾ ਹੈ, ਮਨ ਕਰਕੇ ਵੀ ਜਪਣਾ ਹੈ, ਤੇ ਜੀਵਨ ਦੇ ਵਿੱਚ ਵੀ ਸਿਮਰਨ ਚੱਲਦਾ ਹੋਵੇ। ਸਾਡਾ ਜੀਵਨ ਨਿਰਭੈਤਾ ਵਾਲਾ ਹੋਵੇ, ਨਿਰਵੈਰਤਾ ਵਾਲਾ ਹੋਵੇ, ਪਰਉਪਕਾਰੀ ਹੋਵੇ। ਨਾਲ ਮੇਰੇ ਕੋਲ ਸਮਾਂ ਨਹੀਂ, ਪਰ ਟੂਕ ਮਾਤਰ ਮੈਂ ਕਹਿ ਦੇਣਾ ਜ਼ਰੂਰੀ ਸਮਝਦਾ ਹੈ। ਜਿਵੇਂ ਸਿਮਰਨ ਦੀਆਂ 3 ਸਟੇਜਸ ਨੇ ਨਾ ਸਾਧ ਸੰਗਤ, ਸੇਵਾ ਦੀਆਂ ਵੀ 3 ਸਟੇਜਸ ਨੇ। ਪਹਿਲੀ ਸਟੇਜ ਕਿ ਤੂੰ ਗੁਰਦੁਆਰੇ ਜਾ ਕੇ ਭਾਂਡੇ ਮਾਂਜ, ਝਾੜੂ ਫੇਰ, ਤਾਂ ਕਿ ਤੇਰੇ ਸਰੀਰ ਨੂੰ ਆਦਤ ਪਵੇ ਕਿ ਨਿਸ਼ਕਾਮ ਹੋ ਕੇ ਵੀ ਮੈਂ ਕੁਝ ਕਰਨਾ, ਕਾਮਨਾ ਤੋਂ ਰਹਿਤ ਵੀ ਮੈਂ ਕੁਝ ਕਰਨਾ, ਦੂਜਿਆਂ ਵਾਸਤੇ ਵੀ ਕੁਝ ਕਰਨਾ। ਗੁਰਦੁਆਰੇ ਜਾ, ਝਾੜੂ ਫੇਰ, ਭਾਂਡੇ ਮਾਂਜ, ਇਹ ਸੇਵਾ ਦੀ ਪਹਿਲੀ ਸਟੇਜ। ਉਸ ਤੋਂ ਬਾਅਦ ਦੂਜੀ ਸਟੇਜ ਕੀ ਹੈ? ਗੁਰਦੁਆਰੇ ਤੋਂ ਬਾਹਰ ਨਿਕਲ। ਜੇ ਗੁਰਦੁਆਰੇ 'ਚ ਗੰਦ ਦਿਖਿਆ, ਉੱਥੇ ਝਾੜੂ ਫੇਰਿਆ ਹੀ, ਤੇਰੇ ਬੂਹੇ ਦੇ ਬਾਹਰ ਗੰਦ ਦਿਖ ਗਿਆ, ਉੱਥੇ ਵੀ ਝਾੜੂ ਫੇਰ ਦਿਆ ਕਰ। ਸਮਾਜ ਦੇ ਵਿੱਚ ਕੁਝ ਗਲਤ ਦਿਖਿਆ, ਉੱਥੇ ਵੀ ਭਲਾ ਕਰ ਦਿਆ ਕਰੇ। ਸੇਵਾ ਦੀ ਦੂਜੀ ਸਟੇਜ। ਤੇ ਸੇਵਾ ਦੀ ਤੀਜੀ ਸਟੇਜ, ਤੂੰ ਕਿਰਤ ਕਰਦਾ ਹੈ, ਕਿਰਤੀ ਤੇਰਾ ਭਲਾ ਬਣ ਜਾਵੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਕੀਤਾ ਨਾ, ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਕਿਰਤ ਕਰ ਰਹੇ ਨੇ ਤੇ ਤੇਰਾ ਤੋਲ ਰਹੇ, ਉਹਨਾਂ ਦੀ ਕਿਰਤੀ ਸੇਵਾ ਬਣ ਗਈ। ਤੇਰਾ ਜੀਵਨ ਹੀ ਸੇਵਾ ਬਣ ਜਾਵੇ, ਜਿੱਥੇ ਜਾਵੇਂ ਤੂੰ ਲੋਕਾਂ ਦਾ ਭਲਾ ਕਰਦਾ ਜਾਵੇਂ। ਇਹਦੇ ਤੇ ਵੀ ਚਲੋ ਥੋੜਾ ਸਮਾਂ ਚਾਹੀਦਾ, ਪਰ ਇੱਕ ਗੱਲ ਯਾਦ ਰੱਖਿਓ, ਸੇਵਾ ਦੀ ਤੀਜੀ ਸਟੇਜ ਤੇ ਸਿਮਰਨ ਦੀ ਤੀਜੀ ਸਟੇਜ ਇੱਕੋ ਹੀ ਆ। ਇਸੇ ਕਰਕੇ ਗੁਰਬਾਣੀ ਦੇ ਵਿੱਚ ਬੜੇ ਪ੍ਰਮਾਣ ਮਿਲਣਗੇ, ਜਿੱਥੇ ਸੇਵਾ ਵੀ ਸਿਮਰਨ ਹੈ ਤੇ ਸਿਮਰਨ ਵੀ ਸੇਵਾ। ਜਿੱਥੇ ਸੇਵਾ ਤੇ ਸਿਮਰਨ ਇੱਕ ਹੋ ਜਾਵੇਗਾ, ਪਰ ਉਹਨਾਂ ਪਹਿਲੀਆਂ ਸਟੇਜਸ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ। ਖੈਰ ਇਹ ਵਿਸ਼ਾ ਜਿਹੜਾ ਥੋੜਾ ਸਮਾਂ ਮੰਗਦਾ ਹੈ, ਫਿਰ ਕਿਤੇ ਸਬੱਬ ਬਣਿਆ ਇਹਦੇ ਤੇ ਵਿਚਾਰ ਕਰਾਂਗੇ। ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੇ ਡੰਡੌਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਭਗਤ ਰਵਿਦਾਸ ਜੀ ਨੂੰ ਯਾਦ ਕਰਨ ਬੈਠੇ ਆ, ਨਾਮ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ। ਨਾਮ ਵਿੱਚ ਜੁੜੀਏ। ਫਿਰ ਅਗਲਾ ਸਵਾਲ ਕਰੀਏ, ਭਗਤ ਰਵਿਦਾਸ ਜੀ ਨਾਮ ਵਿੱਚ ਜੁੜਨਾ ਹੈ, ਪਰ ਕੀ ਨਾਮ ਜਪਣ ਲਈ ਸਾਨੂੰ ਕਿਰਤ ਛੱਡਣੀ ਜ਼ਰੂਰੀ ਹੈ, ਗ੍ਰਸਤ ਛੱਡਣੀ ਜ਼ਰੂਰੀ ਹੈ? ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਘਟਨਾ ਹੁੰਦੀ ਹੈ। ਕਹਿੰਦੇ ਨੇ ਆਪ ਜੀ ਕੱਖਾਂ ਦੀ ਕੁੱਲੀ ਵਿੱਚ ਬੈਠੇ ਨੇ, ਜੋੜੇ ਗੰਢ ਰਹੇ ਨੇ, ਜੁੱਤੀਆਂ ਗੰਢ ਰਹੇ ਨੇ। ਆਪ ਜਾਣਦੇ ਹੋ ਆਪ ਜੀ ਦੀ ਕਿਰਤ। ਇੱਕ ਬ੍ਰਾਹਮਣ ਆ ਗਿਆ। ਸਾਡੇ ਇਤਿਹਾਸ ਦੇ ਵਿੱਚ ਸਾਡੇ ਵਿਦਵਾਨਾਂ ਦੇ ਵੱਲੋਂ ਸਾਖੀ ਬੜੇ ਢੰਗ ਨਾਲ ਸੁਣਾਈ ਜਾਂਦੀ ਹੈ, ਪਰ ਮੈਂ ਯਤਨ ਕਰਾਂਗਾ ਵੀ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਤੁਹਾਡੇ ਸਾਹਮਣੇ ਰੱਖਾਂ। ਕਹਿੰਦੇ ਇੱਕ ਬ੍ਰਾਹਮਣ ਆ ਗਿਆ, ਹੱਥ ਵਿੱਚ ਉਹਦੇ ਪਾਰਸ ਸੀ। ਚਲੋ ਕਈਆਂ ਦੀ ਮਨੌਤ ਇਹ ਵੀ ਪਾਰਸ ਦਾ ਵਜੂਦ ਨਹੀਂ, ਆਪਾਂ ਸਿਰਫ ਇੱਕ ਸਿੱਖਿਆ ਲੈ ਕੇ ਜਾਣੀ ਇਸ ਸਾਖੀ ਦੇ ਵਿੱਚ। ਹੱਥ 'ਚ ਪਾਰਸ, ਤੇ ਉਹ ਪਾਰਸ ਭਗਤ ਰਵਿਦਾਸ ਜੀ ਨੂੰ ਪਕੜਾਇਆ ਤੇ ਕਹਿਣ ਲੱਗੇ, ਹੇ ਰਵਿਦਾਸ ਤੂੰ ਗਰੀਬ ਹੈ, ਕੰਗਾਲ ਹੈ, ਤੇਰਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ, ਕੱਖਾਂ ਦੀ ਕੁੱਲੀ 'ਚ ਰਹਿਣ ਵਾਲਾ, ਆ ਫੜ ਪਾਰਸ, ਤੂੰ ਅਮੀਰ ਹੋ ਜਾਵੇਂਗਾ।
क्योंकि पारस नूं कोई भी धात स्पर्श करूगी वो सोना हो जाती है। ये पारस पकड़ लै। भगत रविदास जी कहते मैनू पारस नहीं चाहिए। उन्हें जोर लाया भी तू लै पारस, मैं तेरी गरीबी दूर करना चाहना। भगत रविदास जी कहते जे देना ही चाहना एक काम कर, मेरी कुल्ली दे उपर सुट जा। ब्राह्मण ने इस तरह ही किया, उस छत उपर रख के चला गया। कई दिन बीत गए, कई महीने बीत गए। भगत रविदास जी उवें ही जुत्तियां गंढ रहे हैं, उवें ही किरत कर रहे हैं, उवें ही बंदगी कर रहे हैं। कई महीनों के बाद वो ब्राह्मण वापस आया तो आके की देखदा भी भगत रविदास जी तो वही कुछ कर रहे हैं जिस बारे इंज लग्या सी भी जिन्हों पारस दे दिता है, इंज जापदा सी भी वो तो बड़ा अमीर हो गया होगा, पर उवें ही कखां दी कुल्ली च बैठा है, उवें ही जोड़े गंढ रहा, जुत्तियां गंढ रहा। ये अमीर क्यों नहीं होया? जाके ब्राह्मण ने पूछ लिया तो कह लगे हे रविदास, तेनू मैं इन्नी कीमती चीज दे के गया सी, तू उसदा फायदा ही नहीं उठाया, तू अमीर क्यों नहीं होया उन्हें वरत के, तू उवें ही जोड़े ते जुत्तियां गंढ रहा है। ते भगत रविदास जी ने एक गल कही, कह लगे हे ब्राह्मण, तेरा भला भी तू पारस दे के गया, पर याद रखी जेड़े धर्मी लोग हुंदे ने ना उन्हां नूं संतुष्टि मिलदी उदों है जदों उन्हां दे ढिड दे विच ओह बुरकी जांदी है जिहड़ी उन्हां ने आप कमाई होवे। बगानियां दी कमाई दी बुरकी भगत अपने ढिड च लैके नहीं जांदे, उन्हां नूं संतुष्टि नहीं मिलदी। इस करके मैं जोड़े गंढ गंढ के जो कमाउना है तो उस कमाई तो जिहड़ी रोटी खाना है वो रोटी मैनू आनंद दिंदी आ फ्री दे विच मिलियां कमाइयां मैं प्रवान नहीं करदा। असीं पता नहीं किहड़े ढंग दे नाल साखियां सुणाउंदे रहे आ, पर मैं ये तत्त भाव कढना चाहुंदा साध संगत, जे सच्ची भगत रविदास जी नूं याद करदे इत्थे जुड़ बैठे हाँ, ये एहसास करके जाइए महाराज अज तो बाद मेरे ढिड विच कोई बुरकी जावेगी, मेरी मेहनत दी जावेगी, मैं फ्री दी ऐशा नहीं करनी, मैं किसी तो मंग के नहीं खाना। ताई महाराज ने कहा गुर पीर सदाए मंगन जाए, ताके मूल ना लगी है पाए, घाल खाए किस हथों दे नानक राह पछाणे से। ये भगत रविदास जी के जीवन तो सिक्ख्या मिलती है। फिर होर सवाल करिए भगत रविदास जी नूं, महाराज असीं नाम भी जपना है, किरत भी करनी है, पर साडा एक भी शंका दूर करो, नाम जपदे आ किरत करदे आ कि साडे जीवन दे विच कोई रुकावट भी बन सकती है, कोई रुकावट पै सकती है? तो भगत जी कहते पै सकती है। एक बचन आउंदा भगत रविदास जी का तुसीं सुनिया होवेगा, मृग मीन भृंग पतंग कुंचर एक दोख विनाश, पंच दोख असाध जामै ताकि कित कास। भगत जी कहते आ ना 5 तरह के दोख होंदे ने, 5 रस ने। एक उदाहरण लई आप जी ने पतंगे दी, एक भवरे दी, एक हाथी दी, एक मच्छी दी, एक हिरन दी, मृग। महाराज कहते तुसीं देखो एक हिरन नूं काहदा चस्का है? सुनन दा चस्का है। शिकारी ने जदों हिरन दा शिकार करना होवे ना, हंडा केड़ा दी आवाज करदा, हंडे खेड़े दी आवाज दे वल जदों उस हिरन दौड़दा, बस उहदे सुनन दा रास उहदा उहनूं शिकार बना दिंदा, फसा दिंदा हिरन। सिर्फ सुनन दे चस्के ने हिरन नूं फसा दिता। और मृग मीन मच्छी नूं काहदा चस्का? जुबान दा चस्का। आपां जाणदे मच्छी किवें फड़ी जांदी है, नोक ते गंडोआ ला के जदों पाया जांदा है, मच्छी खाण वास्ते मूँह च पाउंदी है, मूँह अड़दा ते इस तरह मच्छी फड़ लई जांदी। तुसीं जाणदे हो मच्छी किवें फड़ी जांदी है। खाण दे चस्के दे नाल मच्छी फस जांदी है, सुनन दे चस्के दे नाल हिरन फस जांदा है, देखण दा चस्का पतंगे नूं फसा दिंदा है, सुगंधी दा चस्का भवरे नूं फसा दिंदा है, स्पर्शता दा चस्का एक हाथी नूं फसा दिंदा है। महाराज कहंदे इन्हां जानवरां ते जीवां दे विच तां एक एक चस्का सी, एक एक चस्के ने उन्हां नूं मरा दित्ता। मनुख दे विच तां 5 ही चस्के ने, ये किवें बचेगा? तुसीं देखो साडे कोल 5 ही चस्के अखां तो देखण दा। अजकल नौजवान देखो स्कूलों आए मोबाइल फड़िया ते सारा दिन बीत गया मोबाइल देखते देखते, कदी यूट्यूब ते कुछ देखा, कदी टीवी ते देख लिया, कदी की देख लिया। देखण दे चस्के ने, देखण दा चस्का। ते साडे नाम जीवन दे विच रुकावट क्यों ना पएगी? सुनन दे चस्के आ कि असीं हैडफोन ला के लच्चर गीत नहीं सुनते, सुनना है गुरु दा कीर्तन सुनना है, पर असीं अनरस सुनते हैं। खाण दा चस्का ठीक है, खाने चाहिए ने पदार्थ, पर जे खाण दा चस्का ही बन गया, जिउंदे ही खाण वास्ते पए, अज कुरकरे लै आंदे, कल नूं लेज लै आंदे, कल नूं चॉकलेट लै आंदे, खाण दा चस्का पै गया। महाराज कहंदे उन्हां जीवां दे कोल तां एक एक चस्का सी, उस चस्किਆਂ ने फसा दिता। बंदे तेरे कोल तां सारी चस्के ने, तेनू देखण दा चस्का, सुनन दा चस्का, तेनू सुगंधी दा चस्का है, तेनू ज़बान दा चस्का है, तेरे कोल काम दा चस्का है, तू किवें बचेगा?
इस करके गुरबाणी दे विच ना एक गल कही गई है, कबीर साहब का एक बचन आउंदा है, कहंदे रारा रस निरस कर जानिया, होए निरस सो रस पहचानिया, ए रस छाडे ओ रस आवा, ओ रस पिया ए रस नहीं पावा, तू जबान करके जप, पर जपदिया ये भी ध्यान रखी भी मैं कुछ संजम भी रखने ने, मैं अखां दा संजम रखना है, मैं कन्नां दा संजम रखना है, मैं जुबान दा संजम रखना है। इहनूं विवेकी कहंदे ने, जिहड़ा अखां करके विवेकी हो गया, कन्नां करके विवेकी हो गया। मैं अखां तो पराया तन नहीं देखना, मैं कन्नां तो कुछ किसी दी निंदिया नहीं सुननी। निंदिया दी गल आई, भगत रविदास जी दा एक होर बचन पढ़िओ, समा समाप्ति वाले भगत रविदास जी दे कह के समाप्ति वाले पासे आउणा है। भगत रविदास जी दा एक बचन आउंदा है साध संगत, मेरे ख्याल अज हर धर्मी नूं ना विचारन दी बहुत लोड़ है। मैं अक्सर देखा साध संगत कि कई सज्जन जपदे भी ने, पर अपनी सारी कमाई नेफल गवा लेंदे ने निंदिया कर करके। काम ना बिसरियो, क्रोध ना बिसरियो, लोभ ना छूटियो देवा, पर निंदा मुख ते नहीं छूटी, नेफल भई सब सेवा। भगत रविदास जी का बचन आउंदा है, कहंदे ने जे ओह 68 तीरथ नहावै, जे ओह द्वादश सिला पुजावै, जे ओह कूप तटा दे वावै, करै निंद सब बिरथा जावै। उस वक्त दे कुछ धर्मी कर्म सन साध संगत, जिस समाज दे विच रह रहे ने, उस समाज दे विच 68 तीर्थां दा इशनान करना इहनूं धर्म कर्म मन्निया जांदा सी। भगत रविदास जी कहंदे तू अपने धर्म के मुताबिक कर्म कर रहा, 68 तीर्थां का इशनान कर रहा, तू पत्थर पूज रहा, पर इन्ने धर्म के कर्म करके जे तू निंदिया कर रहा है ना, तेरी कीती निंदिया तेरे सारे धर्म कर्म व्यर्थ गवा दिंदी है। असी केवल ठीक है भगत जी ने उस वक्त दी उदाहरणा लईआं, पर असी अपने नाल जोड़ के वेखना, असी समझ के वेखना। असी गुरुद्वारे आउंदे आ, निकलदे सारी मैं वेख्या गुरुद्वारे दे बूहे दे बाहर खड़े हुंदे आ ते दूजे तीजे बंदे दीयां गल्लां करन दे, और ये बड़े वड्डे लैवल तक निंदिया पहुंची हुई है। परिवारक लैवल ते जीवन वाले गुआंढियां दी निंदिया कर रहे ने, कौमी लैवल ते जीवन वाले जां जथेबंदक लैवल ते जीवन वाले दूजे जथेबंदियां दी निंदिया करन दे ने, कौमी लैवल ते जीवन वाले दूजी कौम दी निंदिया करन दे ने, वतनां नाल प्रेम करन वाले दूजे देशां दी निंदिया करन दे ने। कोई किहदी निंदिया कर रहा, कोई किहदी निंदिया कर रहा, पर भगत रविदास जी कहंदे एक गल सिख के जाओ, तुसी दुनिया का कोई धर्म कर्म कर लिओ, पर जे नाल निंदिया भी कर रहे हो ना, तुहाडी निंदिया करन करके तुहाडे कीते सारे कर्म निफल हो जाते हैं। अब बचन मैं पूरा तुहाडे सामने रख दिया, एक एक शब्द ध्यान नाल सुनियो। महाराज कहंदे जे ओह 68 तीर्थ नहावै, जे ओह द्वादश सिला पुजावै, जे ओह कूप तटा दे वावै, करै निंद सब बिरथा जावै, साध का निंदक कैसे तरह, सर पर जानो नरक ही परै। रहाओ अगे महाराज कहंदे जे ओह ग्रहण करै कुल खेत, अरपै नार सिगार समेत, सगली सिमरत श्रवणी सुनै, करै निंद कवनै नहीं गुनै। कोई वर्त रखदा होवे, ठीक है, उन्हां दे धर्म कर्म थोड़े जे मैं अपने धर्म कर्म भी दस दिया। सगली सिमरत श्रवणी सुनै, धार्मिक ग्रंथ सुनते हैं ना, महाराज कहंदे तू सारे धार्मिक ग्रंथ कन्ना तो सुनदा होवे, पर जे तू निंदिया कर रहा किसी अर्थ नहीं। सगली सिमरत श्रवणी सुनै, करै निंद कवनै नहीं गुनै, किसी अर्थ नहीं पैंदा। असी जे कोई धर्म कर्म कर रहे हैं, आ ध्यान रखो भी निंदिया छड्डिए, निंदा भली किसी की नाही, मनमुख मुग्ध करान। निंदिया किसी की भी चंगी नहीं है साध संगत। इत्थे तां चलो साधका निंदक कैसे तरे कहा जा रहा है ना, निंदिया किसी की भी चंगी नहीं। असी ये एहसास करके जाई भी मैं थर्ड परसन का जिक्र ही नहीं करना। ये गल याद रखियो, संसार दे विच विचर रहे हैं, युद्ध सिर्फ मेरा, लड़ाई सिर्फ मेरे मन नाल है, मेरी लड़ाई और दूजे तीजे किसी नाल भी नहीं। मैं सिर्फ अपने नाल लड़ना है, मैं सिर्फ अपने आप को जितना है, दूजा की कर रहा तीजा की कर रहा मैनू मैटर नहीं करता, मैं तो अपने आप को जितना है। अगला बचन ध्यान दे के सुने, जिथे आ बचन किया, जे ओ ग्रहण करे कुल खेत, अर्पै नार सिगार समेत, गहनिया समेत कोई नारी भी अर्पण कर दे, सगली सिमरत श्रवणी सुनै, करे निंद कवनै नहीं गुनै। जे ओ अनक प्रसाद करावे, अनेका प्रकार के प्रसाद कराउंदा होवे, भोज कराउंदा होवे, जे वह अनक प्रसाद करावे, भूम दान शोभा मंडप पावे। खास करके जथेबंदियां वाले ध्यान दे, असी अपने किरत विहार छड्ड के सेवा करन निकलदे आ ना,
ਇਹ ਅਹਿਸਾਸ ਕਰਿਓ ਵੀ ਸਾਡੀ ਰਸਨਾ ਤੋਂ ਕਿਸੇ ਦੂਜੇ ਧੜੇ ਦੀ ਨਿੰਦਿਆ ਨਹੀਂ ਨਿਕਲਣੀ ਚਾਹੀਦੀ, ਉਹ ਕਿਸੇ ਵੀ ਧੜੇ ਦਾ ਹੋਵੇ। ਸਾਡੀ ਕੌਮ ਦੇ ਵਿੱਚ ਜਿੰਨੇ ਮਰਜ਼ੀ ਧੜੇ ਨੇ, ਮੈਂ ਹੈਰਾਨ ਹੁੰਨਾ ਵੀ ਅਸੀਂ ਧੜਿਆਂ ਦੇ ਨਾਮ ਤੇ ਲੜਦੇ ਹਾਂ। ਜੀ ਫਲਾਣੇ ਧੜੇ ਦਾ ਉਹਨੇ ਪਜਾਮੀ ਕਿਉਂ ਨਹੀਂ ਪਾਈ ਤੇ ਉਹਨੇ ਪਜਾਮੀ ਕਿਉਂ ਪਾ ਲਈ। ਮੈਂ ਵੇਖਿਆ ਬੰਦੇ ਇਸ ਗੱਲਾਂ ਤੋਂ ਵੀ ਨਫ਼ਰਤ ਕਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਨੇ ਵੀ ਜੇ ਮੰਨ ਲਓ ਤੇਰਾ ਜੀਵਨ ਐਸਾ ਹੈ, ਭੂਮ ਦਾਨ ਸੋਭਾ ਮੰਡਪ ਪਾਵੇ, ਤੂੰ ਜ਼ਮੀਨਾਂ ਦਾਨ ਕਰਦਾ ਹੋਵੇ, ਫਿਰ ਮੈਨੂੰ ਨਾ ਕਈ ਸੱਜਣ ਐਸੇ ਵੀ ਮਿਲਦੇ ਜਿਹੜਾ ਨਾ ਆਪਣਾ ਆਪ ਵਿਗਾੜ ਕੇ ਕਿਸੇ ਦਾ ਭਲਾ ਕਰਦੇ ਨੇ। ਅਗਲਾ ਬਚਨ ਧਿਆਨ ਦੇ ਕੇ ਸੁਣਿਓ, ਆਪਣਾ ਵਿਗਾੜ ਬਿਰਾਨਾ ਸੰਡ ਹੈ, ਆਪਣਾ ਵਿਗਾੜ ਕੇ ਕਿਸੇ ਦਾ ਵੀ ਭਲਾ ਕਰਦਾ ਹੋਵੇ। ਕਰਦੇ ਨੇ ਕਈ, ਤੁਸੀਂ ਨਿਕਲੇ ਹੋ, ਕਈ ਸਮਾਜ ਦਾ ਭਲਾ ਕਰਨ ਨਿਕਲੇ ਹੋ। ਆਪਣਾ ਵਿਗਾੜ ਕੇ ਕੋਈ ਕਿਸੇ ਦਾ ਵੀ ਭਲਾ ਕਰਦਾ ਹੋਵੇ, ਤੇ ਮੈਂ ਕਈ ਸੱਜਣ ਦੇਖੇ ਨੇ, ਮੰਨ ਲਓ ਜਿਹਦਾ ਭਲਾ ਕੀਤਾ ਮੈਂ, ਉਹਨੇ ਜੇ ਮੇਰਾ ਬੁਰਾ ਕਰ ਦਿੱਤਾ ਨਾ, ਮੈਂ ਹਰ ਦੂਜੇ ਤੀਜੇ ਬੰਦੇ ਕੋਲ ਜਾ ਕੇ ਉਹਦੀ ਨਿੰਦਿਆ ਕਰਾਂਗਾ। ਪਰ ਮਹਾਰਾਜ ਕਹਿੰਦੇ ਭਾਵੇਂ ਤੂੰ ਐਡਾ ਉੱਚਾ ਕਰਮ ਵੀ ਕਰਦਾ ਹੋਵੇਂ, ਆਪਣਾ ਵਿਗਾੜ ਬਿਰਾਨਾ ਸੰਡ ਹੈ, ਕਰੈ ਨਿੰਦ ਬਹੁ ਜੋਨੀ ਹੰਡ ਹੈ। ਇਹ ਨਾ ਸੋਚੀ ਤੂੰ ਤਰ ਜਾਵੇਂਗਾ, ਤੂੰ ਵੀ ਭਟਕਦਾ ਹੀ ਰਵੇਂਗਾ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਕੋਈ ਵੀ ਕਰਮ ਕਰਦਾ ਹੋਵੇਂ, ਸਿਮਰਨ ਕਰਦਾ ਹੋਵੇਂ, ਸੇਵਾ ਕਰਦਾ ਹੋਵੇਂ, ਕਿਸੇ ਦਾ ਭਲਾ ਕਰਦਾ ਹੋਵੇਂ, ਆਪਣਾ ਆਪ ਕੁਰਬਾਨ ਕਰਦਾ ਹੋਵੇਂ, ਪਰ ਤੇਰੇ ਜੀਵਨ ਵਿੱਚ ਨਿੰਦਿਆ ਨਹੀਂ ਹੋਣੀ ਚਾਹੀਦੀ। ਨਿੰਦਾ ਕਹਾ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਰਵਿਦਾਸ ਪਾਪੀ ਨਰਕ ਸਦਾਰਿਆ। ਇਸ ਕਰਕੇ ਜੇ ਸਿਮਰਨ ਕਰ ਰਹੇ ਆ, ਕਿਰਤ ਕਰ ਰਹੇ ਆ, ਭੁੱਲ ਕੇ ਵੀ ਥਰਡ ਬੰਦਿਆਂ ਨੂੰ ਡਿਸਕਸ ਕਰਨਾ ਬੰਦ ਕਰ ਦੇ। ਸਿਰਫ ਮੇਰੀ ਵਿਚਾਰ ਹੋਵੇ ਕਿ ਅੱਜ ਮੇਰੇ ਮਨ ਦੇ ਵਿੱਚ ਆਹ ਗਲਤ ਫੁਰਨਾ ਆਇਆ, ਮੈਨੂੰ ਜਿੱਤਣਾ ਹੈ। ਅੱਜ ਮੈਂ ਕਾਮ ਤੋਂ ਹਾਰਿਆ, ਮੈਂ ਜਿੱਤਣਾ ਹੈ। ਅੱਜ ਮੈਂ ਕ੍ਰੋਧ ਤੋਂ ਹਾਰਿਆ, ਮੈਂ ਜਿੱਤਣਾ ਹੈ। ਇਹ ਯਾਦ ਰੱਖਿਓ, ਭਗਤ ਰਵਿਦਾਸ ਜੀ ਦਾ ਬਚਨ ਪੜ੍ਹ ਲਿਆ ਨਾ, ਜੇ ਪ੍ਰਮਾਤਮਾ ਨੂੰ ਪਾਉਣਾ ਹੈ ਨਾ, ਤਾਂ ਆਹ ਅਹਿਸਾਸ ਕਰਕੇ ਜਾਇਓ, ਮੇਰਾ ਕਰਮ ਕੁਟਿਲਤਾ ਜਨਮ ਕੁਪਾਂਤੀ, ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਵਿਸਾਰੋ ਮੈਂ ਜਨ ਤੇਰਾ, ਮੇਰੀ ਹਰ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੋ ਸਰੀਰ ਕਲ ਜਾਈ, ਕਹੋ ਰਵਿਦਾਸ ਪਰੋ ਤੇਰੀ ਸਾਂਭਾ, ਵੇਗ ਮਿਲੋ ਜਨ ਕਰਨਾ ਬਿਲੰਬਾ। ਮਹਾਰਾਜ ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਮੇਰੇ ਤੋਂ ਵੱਡਾ ਗਰੀਬ ਕੋਈ ਨਹੀਂ ਤੇ ਤੇਰੇ ਤੋਂ ਵੱਡਾ ਦਇਆਲ ਕੋਈ ਨਹੀਂ। ਹਮ ਨਹੀਂ ਚੰਗੇ ਬੁਰਾ, ਜਦੋਂ ਆਹ ਗੱਲ ਸਮਝ ਪੈ ਗਈ ਕਿਹਦੀ ਨਿੰਦਿਆ ਕਰਾਂਗੇ। ਇਸ ਕਰਕੇ ਜੇ ਸਿਮਰਨ ਕਰਦੇ ਆ, ਭਗਤ ਰਵਿਦਾਸ ਜੀ ਦੇ ਜੀਵਨ ਤੋਂ ਸਿੱਖ ਕੇ ਜਾਣਾ ਹੈ ਕਿ ਭੁੱਲ ਕੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਸਿਮਰਨ ਵਿੱਚ ਜੁੜਨਾ ਔਰ ਇਹ ਅਹਿਸਾਸ ਕਰਨਾ ਵੀ ਮੈਂ ਸਭ ਤੋਂ ਨੀਵਾਂ ਹੈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਜਿੱਥੇ ਭਗਤ ਰਵਿਦਾਸ ਜੀ ਦੇ ਬਚਨ, ਕਿਉਂਕਿ 40 ਸ਼ਬਦ ਆਉਂਦੇ ਨੇ, ਮੇਰਾ ਯਤਨ ਸੀ ਵੀ ਵੱਧ ਤੋਂ ਵੱਧ ਆਪ ਜੀ ਦੇ ਸ਼ਬਦਾਂ ਦੇ ਨਾਲ ਸਾਂਝ ਪਾਵਾਂ, ਪਰ ਹੁਣ ਮੈਂ ਥੋੜਾ ਜਿਹਾ ਆਪ ਜੀ ਦੇ ਜੀਵਨ ਦੇ ਆਖਰੀ ਪੜਾਅ ਦੇ ਬਾਰੇ ਡਿਸਕਸ ਕਰਕੇ ਫਤਿਹ ਬੁਲਾਉਣੀ ਚਾਹੁੰਦਾ। ਭਗਤ ਰਵਿਦਾਸ ਜੀ ਦੇ ਬਚਨਾਂ ਤੋਂ ਏਡੀ ਵੱਡੀ ਕ੍ਰਾਂਤੀ ਉੱਠੀ। ਤੁਸੀਂ ਵੇਖੋ, ਬਾਹਮਣਾ ਦੇ ਗੜ ਵਿੱਚ ਬੈਠ ਕੇ ਉਹਨਾਂ ਦੀ ਅਖੌਤੀ ਮਨੌਤਾਂ ਨੂੰ ਲਲਕਾਰਤਾ ਭਗਤ ਰਵਿਦਾਸ ਜੀ ਨੇ, ਤੇ ਉਸ ਵਕਤ ਦੇ ਅਖੌਤੀ ਉੱਚੀਆਂ ਜਾਤਾਂ ਵਾਲਿਆਂ ਨੂੰ ਹਲਚਲ ਮਚ ਗਈ। ਤੁਸੀਂ ਦੇਖੋ ਕਿੱਡੀ ਹਲਚਲ ਮਚ ਗਈ ਹੋਵੇਗੀ ਵੀ ਉਸ ਗੜ ਦੇ ਵਿੱਚ ਬੈਠ ਕੇ ਮੂਰਤੀ ਪੂਜਾ ਦਾ ਖੰਡਨ, ਅਵਤਾਰ ਪੂਜਾ ਦਾ ਖੰਡਨ, ਵੱਡੇ ਵੱਡੇ ਕਰਮ ਕਾਂਡਾਂ ਦਾ ਖੰਡਨ, ਔਰ ਨਾਮ ਦੀ ਗੱਲ ਇੱਕ ਜਿਹਨੂੰ ਸਮਾਜ ਨੀਵੀਂ ਜਾਤ ਵਾਲਾ ਕਹਿੰਦਾ ਉਹ ਭਗਤ ਰਵਿਦਾਸ ਜੀ ਕਰਦੇ ਹੋਣ, ਉਹਨਾਂ ਬ੍ਰਾਹਮਣਾਂ ਦੇ ਹਿਰਦੇ ਵਿੱਚ ਹਰਕਤ ਮਚ ਗਈ ਸੀ ਸਾਧ ਸੰਗਤ। ਇਹੀ ਕਾਰਨ ਹੈ ਕਿ ਉਸ ਵਕਤ ਦੇ ਪ੍ਰੋਹਿਤ ਜਿਹੜੇ ਨੇ ਉਹ ਕਾਂਸ਼ੀ ਦੇ ਰਾਜੇ ਕੋਲ ਜਾ ਕੇ ਸ਼ਿਕਾਇਤ ਕਰਦੇ ਨੇ ਵੀ ਇਹ ਰਵਿਦਾਸ ਇੱਕ ਤਾਂ ਦਲਿਤ ਹੋ ਕੇ ਬੰਦਗੀ ਕਰਦਾ ਹੈ, ਦੂਜਾ ਇਹ ਸਾਡੀਆਂ ਮਨੌਤਾਂ ਦਾ ਖੰਡਨ ਕਰਦਾ ਹੈ, ਸਾਡੇ ਜਨੇਊ ਦਾ ਖੰਡਨ, ਸਾਡੀਆਂ ਮੂਰਤੀਆਂ ਦਾ ਖੰਡਨ, ਇਸ ਤਰ੍ਹਾਂ ਕਰਦਾ। ਪਰ ਮੈਂ ਹੈਰਾਨ ਹੁੰਨਾ ਵੀ ਅਸੀਂ ਅੱਜ ਭਗਤ ਰਵਿਦਾਸ ਜੀ ਦੀਆਂ ਮੂਰਤੀਆਂ ਨਾਲ ਜੁੜ ਗਏ। ਸਾਡਾ ਇਤਿਹਾਸ ਉਹਨਾਂ ਨੂੰ ਮੂਰਤੀ ਪੂਜਕ ਦਿਖਾ ਰਿਹਾ ਹੈ। ਤੁਸੀਂ ਸੋਚ ਕੇ ਦੇਖੋ ਵੀ ਇੱਕ ਪਾਸੇ ਬ੍ਰਾਹਮਣ ਇਹ ਸ਼ਿਕਾਇਤ ਲਾ ਰਹੇ ਨੇ ਵੀ ਇਹ ਮੂਰਤੀਆਂ ਦਾ ਖੰਡਨ ਕਰਦਾ, ਤੇ ਅਸੀਂ ਉਹਨਾਂ ਨੂੰ ਮੂਰਤੀ ਪੂਜਕ ਦਿਖਾ ਰਹੇ। ਜੇ ਉਹ ਮੂਰਤੀ ਪੂਜਕ ਹੁੰਦੇ ਫਿਰ ਉਹਨਾਂ ਦੀ ਇਹ ਸ਼ਿਕਾਇਤ ਕਿਉਂ ਲੱਗਣੀ ਸੀ? ਤੋ ਖੈਰ ਇਹ ਬ੍ਰਾਹਮਣ ਨੇ ਸ਼ਿਕਾਇਤ ਲਾਈ। ਉਹ ਕਾਂਸ਼ੀ ਦਾ ਰਾਜਾ ਥੋੜਾ ਸਿਆਣਾ ਸੀ, ਇਨਸਾਫ ਪਸੰਦ ਬੰਦਾ ਸੀ। ਉਹ ਕਹਿਣ ਲੱਗਾ ਵੀ ਮੈਂ ਇਨਸਾਫ ਕਰਾਂਗਾ, ਦੋਨੇ ਧਿਰਾਂ ਸੱਦੀਆਂ ਜਾਣ, ਵਿਚਾਰ ਹੋਵੇ, ਗੋਸ਼ਟੀ ਹੋਵੇ, ਤੇ ਜਿਹੜਾ ਹਾਰਿਆ ਉਹਦੀ ਸਜ਼ਾ ਬਰਾਬਰ ਹੋਵੇ। ਤੇ ਸਜ਼ਾ ਉਹਦੀ ਇਹ ਹੋਵੇਗੀ ਕਿ ਹਾਰਨ ਵਾਲਾ ਜਿਹੜਾ ਜਥਾ ਹੋਏਗਾ ਉਹਨੇ ਦੂਜੇ ਜਥੇ ਨੂੰ ਮੋਢਿਆਂ ਤੇ ਬਿਠਾ ਕੇ ਉਹਦੇ ਆਸਣ ਤੇ ਛੱਡ ਕੇ ਆਉਣਾ। ਇਹ ਸਜ਼ਾ ਹੋਵੇਗੀ ਉਹਦੀ।
ਦੋਨੇ ਧਿਰਾਂ ਸੱਦੀਆਂ ਗਈਆਂ, ਵਿਚਾਰ ਹੋਈ। ਚਲੋ ਉਸ ਵਿਚਾਰ ਦੇ ਵਿੱਚੋਂ ਇੱਕ ਸਾਖੀ ਮੈਂ ਕਹਿ ਦਿਆਂ। ਜਦੋਂ ਮੂਰਤੀਆਂ ਦੀ ਗੱਲ ਚੱਲੀ ਨਾ ਤੇ ਭਗਤ ਰਵਿਦਾਸ ਜੀ ਨੇ ਕਿਹਾ ਵੀ ਜੇ ਤੁਹਾਡੀ ਮੂਰਤੀਆਂ ਦੇ ਵਿੱਚ ਦੇਵਤੇ ਵੱਸਦੇ ਨੇ, ਫਿਰ ਮੈਨੂੰ ਇੱਕ ਗੱਲ ਇਹ ਦੱਸੋ ਵੀ ਪੱਥਰ ਤੇ ਬੈਠ ਕੇ ਤੁਸੀਂ ਪੱਥਰ ਨੂੰ ਪੂਜਦੇ ਪਏ ਹੋ, ਹੁਣ ਤੁਸੀਂ ਦੱਸੋ ਵੀ ਜਿਹੜਾ ਪੱਥਰ ਸਾਹਮਣੇ ਆ ਉਹਦੇ 'ਚ ਦੇਵਤਾ ਕਿ ਜਿਹਦੇ ਤੇ ਬੈਠੇ ਉਹਦੇ 'ਚ ਦੇਵਤਾ? ਕਿਹਦੇ 'ਚ ਦੇਵਤਾ? ਵੀ ਪੱਥਰ ਤੇ ਬੈਠ ਕੇ ਪੱਥਰ ਨੂੰ ਪੂਜਣ ਦੇ। ਦੂਜੀ ਗੱਲ, ਜੇ ਪੱਥਰ ਵਿੱਚ ਇੰਨੀ ਤਾਕਤ ਹੈ, ਮੈਂ ਉਸੇ ਮੂਰਤੀ ਨੂੰ ਆਪਣੀ ਝੋਲੀ ਵਿੱਚ ਰੱਖ ਰਿਹਾ, ਤੁਸੀਂ ਮੰਤਰ ਪੜ੍ਹ ਕੇ ਉਸ ਮੂਰਤੀ ਨੂੰ ਛਡਾ ਕੇ ਦਿਖਾ ਦਿਓ। ਮੰਦਰਾਂ 'ਚ ਖੜੀਆਂ ਮੂਰਤੀਆਂ ਨੂੰ ਹਰਕਤ ਕਰਕੇ ਦਿਖਾ ਦਿਓ ਮੰਤਰ ਪੜ੍ਹ ਕੇ। ਕਹਿੰਦੇ ਨੇ ਉਸ ਵਕਤ ਬ੍ਰਾਹਮਣਾਂ ਨੇ ਮੰਤਰ ਪੜ੍ਹੇ, ਨਾ ਉਹ ਭਗਤ ਰਵਿਦਾਸ ਜੀ ਦੀ ਝੋਲੀ ਤੋਂ ਮੂਰਤੀ ਛਡਾ ਸਕੇ ਤੇ ਨਾ ਹੀ ਮੰਦਰਾਂ ਵਿੱਚ ਖੜੀਆਂ ਮੂਰਤੀਆਂ ਦੀ ਕੋਈ ਹਲਚਲ ਹੋਈ। ਇੱਕ ਇੱਕ ਦਲੀਲ ਦਾ ਜਵਾਬ ਭਗਤ ਰਵਿਦਾਸ ਜੀ ਨੇ ਦਲੀਲ ਸਹਿਤ ਦਿੱਤਾ, ਪਰ ਭਗਤ ਰਵਿਦਾਸ ਜੀ ਦੀ ਇੱਕ ਵੀ ਦਲੀਲ ਦਾ ਜਵਾਬ ਬ੍ਰਾਹਮਣਾਂ ਨੂੰ ਨਹੀਂ ਆਇਆ। ਭਗਤ ਰਵਿਦਾਸ ਜੀ ਦੀ ਜਿੱਤ ਹੋਈ ਤੇ ਰਾਜੇ ਨੇ ਕਿਹਾ ਹੁਣ ਬ੍ਰਾਹਮਣੋ ਤੁਸੀਂ ਹਾਰੇ ਹੋ, ਇੱਕ ਕੰਮ ਕਰੋ, ਮੋਢਿਆਂ ਤੇ ਚੁੱਕ ਕੇ ਭਗਤ ਰਵਿਦਾਸ ਨੂੰ ਉਹਦੇ ਆਸਣ ਤੇ ਛੱਡ ਕੇ ਆਓ। ਤੁਸੀਂ ਹੈਰਾਨ ਹੋਵੋਗੇ, ਜਿਸ ਸਮਾਜ ਦੇ ਵਿੱਚ ਬ੍ਰਾਹਮਣ ਨੂੰ ਸਭ ਤੋਂ ਉੱਚਾ ਕਿਹਾ ਜਾ ਰਿਹਾ ਹੈ ਤੇ ਦਲਿਤ ਨੂੰ ਨੀਵਾਂ ਕਿਹਾ ਜਾ ਰਿਹਾ ਹੈ, ਅੱਜ ਤਕਰੀਬਨ 17 ਬ੍ਰਾਹਮਣ ਇੱਕ ਦਲਿਤ ਨੂੰ ਮੋਢਿਆਂ ਤੇ ਚੱਕ ਕੇ ਉਹਦੇ ਆਸਣ ਤੇ ਛੱਡ ਕੇ ਆ ਰਹੇ ਹਨ। ਔਰ ਉਸ ਵਕਤ ਭਗਤ ਰਵਿਦਾਸ ਜੀ ਨੇ ਇੱਕ ਬਚਨ ਉਚਾਰਨ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੈ। ਉਹ ਪਰਮਾਤਮਾ ਰਹਿਮਤ ਕਰੇ ਤੇ ਗਰੀਬਾਂ ਤੇ ਵੀ ਛਤਰ ਚਲਾ ਦਿੰਦਾ। ਭਗਤ ਰਵਿਦਾਸ ਜੀ ਦੀ ਇਹੀ ਸੋਚ ਦਾ ਨਤੀਜਾ ਸੀ ਕਿ ਸਾਡੇ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਮੀਰਾ ਬਾਈ ਨੇ ਵੀ ਆਪ ਜੀ ਨੂੰ ਗੁਰੂ ਮੰਨਿਆ। ਹਾਲਾਂਕਿ ਮੀਰਾ ਬਾਈ ਦੀ ਸ਼ੁਰੂਆਤ ਕ੍ਰਿਸ਼ਨ ਭਗਤੀ ਤੋਂ ਹੋਈ। ਜਦੋਂ ਮੀਰਾ ਬਾਈ ਦਾ, ਮੈਨੂੰ ਮਾਫ ਕਰ ਦਿਓ ਜੀ, ਮੈਂ ਪੂਰੇ 5 ਜਦੋਂ ਹੋ ਗਿਆ ਮੈਂ ਸਮਾਪਤੀ ਕਰ ਦੇਣੀ, ਮੈਂ ਥੋੜਾ ਜਿਹਾ ਸਮਾਂ ਲੈਣਾ ਚਾਹੁੰਦਾ। ਮੀਰਾ ਬਾਈ ਦਾ ਵਿਆਹ ਹੋਇਆ, ਕ੍ਰਿਸ਼ਨ ਭਗਤੀ ਵਿੱਚ ਜੁੜੀ, ਪਰ ਇੱਕ ਗੱਲ ਯਾਦ ਰੱਖਿਓ ਵੀ ਉਹਦੀ ਭਗਤੀ ਦੇ ਰਸਤੇ ਵਿੱਚ ਆਉਣ ਦਾ ਵੀ ਇੱਕ ਕਾਰਨ ਸੀ ਕਿ ਮੀਰਾ ਬਾਈ ਨੇ ਆਪਣੀ ਜ਼ਿੰਦਗੀ 'ਚ ਦੁੱਖ ਬੜੇ ਦੇਖੇ। ਛੋਟੀ ਜੀ ਉਮਰ, 2 ਸਾਲ ਦੀ ਉਮਰ ਕਿ ਮੀਰਾ ਮਾਈ ਦੀ ਮਾਂ ਗੁਜ਼ਰ ਗਈ। ਤਕਰੀਬਨ 15 ਸਾਲ ਦੇ ਹੋਏ ਆਪ ਜੀ ਦਾ ਪਿਤਾ ਗੁਜ਼ਰ ਗਿਆ। ਜਿਸ ਦਾਦੇ ਨੇ ਪਾਲਿਆ, ਵਿਆਹ ਹੋਇਆ, ਉਹ ਦਾਦਾ ਵੀ ਖਤਮ ਹੋ ਗਿਆ ਤੇ ਵਿਆਹ ਤੋਂ ਕੁਝ ਵਰੇ ਬਾਅਦ ਆਪ ਜੀ ਦਾ ਪਤੀ ਵੀ ਮਰ ਗਿਆ। ਜਿਸ ਔਰਤ ਦੇ ਜੀਵਨ ਵਿੱਚ ਕੋਈ ਸਹਾਰਾ ਹੀ ਨਾ ਰਿਹਾ ਹੋਵੇ, ਭਗਤੀ ਦੇ ਰਸਤੇ ਤੇ ਤੁਰਨ ਤੋਂ ਇਲਾਵਾ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ। ਠੀਕ ਹੈ, ਉਹਦਾ ਕਲਚਰ ਉਹੋ ਜਿਹਾ ਸੀ, এনवायरमेंट ਉਹੋ ਜਿਹਾ ਸੀ, ਉਹ ਕ੍ਰਿਸ਼ਨ ਭਗਤੀ ਵਿੱਚ ਜੁੜੀ। ਪਰ ਕਿਹਾ ਜਾਂਦਾ, ਕੁਝ ਵਿਦਵਾਨਾਂ ਦੀ ਮੱਤ ਹੈ ਕਿ ਝਾਲਾ ਖਾਨਦਾਨ ਦੀ ਇੱਕ ਰਾਣੀ ਭਗਤ ਰਵਿਦਾਸ ਜੀ ਦੀ ਉਪਾਸ਼ਕ ਸੀ। ਕਿਸੇ ਨੇ ਉਹਨਾਂ ਨੂੰ ਝਾਲਾ ਬਾਈ ਦੱਸਿਆ, ਪਰ ਕਿਹਾ ਜਾਂਦਾ ਵੀ ਝਾਲਾ ਇੱਕ ਖਾਨਦਾਨ ਹੈ। ਉਹਦੀ ਇੱਕ ਰਾਣੀ ਰਾਣਾ ਸਾਂਗਾ ਦੀ ਪਤਨੀ ਸੀ ਜਿਹੜੀ ਭਗਤ ਰਵਿਦਾਸ ਜੀ ਦੀ ਉਪਾਸ਼ਕ ਸੀ ਤੇ ਉਹ ਰਾਣੀ ਅਕਸਰ ਭਗਤ ਰਵਿਦਾਸ ਜੀ ਦੀ ਸੰਗਤ ਕਰਨ ਆਇਆ ਕਰਦੀ ਸੀ। ਇੱਕ ਦਿਨ ਮੀਰਾ ਬਾਈ ਵੀ ਆਪਣੀ ਚਾਚੀ ਸੱਸ, ਕਿਉਂਕਿ ਰਿਸ਼ਤੇ 'ਚ ਚਾਚੀ ਸੱਸ ਲੱਗਦੀ ਸੀ, ਇੱਕ ਦਿਨ ਮੀਰਾ ਬਾਈ ਆਪਣੀ ਚਾਚੀ ਸੱਸ ਦੇ ਨਾਲ ਭਗਤ ਰਵਿਦਾਸ ਜੀ ਦੀ ਸੰਗਤ ਵਿੱਚ ਆਈ ਤੇ ਭਗਤ ਰਵਿਦਾਸ ਜੀ ਦੀ ਸੰਗਤ ਤੋਂ ਉਹ ਮੀਰਾ ਬਾਈ ਇੰਨੀ ਪ੍ਰਭਾਵਿਤ ਹੋਈ ਕਿ ਮੂਰਤੀ ਪੂਜਾ ਛੱਡ ਕੇ ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿੱਚ ਜੁੜ ਗਈ। ਇਸੇ ਕਰਕੇ ਮੀਰਾ ਬਾਈ ਨੇ ਵੀ ਆਪਣੇ ਬਚਨਾਂ 'ਚ ਕਿਹਾ ਹੈ ਕਿ ਰਵਿਦਾਸ ਨੇ ਨਾਮ ਦੀ ਗੁੜਤੀ, ਗਿਆਨ ਦੀ ਗੁੜਤੀ ਦੇ ਦਿੱਤੀ ਹੈ। ਮੀਰਾ ਬਾਈ ਉਸ ਵਕਤ ਨਿਰਗੁਣ ਸਰੂਪ ਪਰਮਾਤਮਾ ਦੀ ਯਾਦ ਵਿੱਚ ਜੁੜੀ। ਇਹੀ ਕਾਰਨ ਹੈ ਕਿ ਜਦੋਂ ਇੱਕ ਤਾਂ ਗੱਲ ਇਹ ਦੇਖੋ ਕਿ ਰਾਜਪੂਤ ਘਰਾਣੇ ਦੀ ਨੂੰ ਉਹਨੇ ਇੱਕ ਦਲਿਤ ਨੂੰ ਗੁਰੂ ਬਣਾਇਆ, ਦੂਜੇ ਪਾਸੇ ਉਹ ਮੂਰਤੀ ਪੂਜਾ ਛੱਡ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਜੁੜੀ। ਇਹੀ ਕਾਰਨ ਹੈ ਕਿ ਆਪ ਜੀ ਦੀ ਨਨਾਣ ਊਦਾ ਬਾਈ ਤੇ ਆਪ ਜੀ ਦਾ ਦੇਵਰ ਚੰਦਨ ਰਾਏ, ਉਹਨਾਂ ਨੇ ਮੀਰਾ ਬਾਈ ਨੂੰ ਖਤਮ ਕਰਨ ਦਾ ਯਤਨ ਕੀਤਾ। ਕਦੀ ਜ਼ਹਿਰ ਪਿਲਾਉਣ ਦੀ ਕੋਸ਼ਿਸ਼ ਕੀਤੀ, ਕਦੀ ਕੀ ਕੁਝ ਕੀਤਾ। ਆਖਰ ਮੀਰਾ ਬਾਈ ਘਰ ਛੱਡ ਕੇ ਜੰਗਲ ਵਿੱਚ ਚਲੀ ਗਈ। ਪਰ ਉਸ ਦਿਨ ਤੋਂ ਚੰਦਨ ਰਾਏ ਦੇ ਹਿਰਦੇ ਵਿੱਚ ਭਗਤ ਰਵਿਦਾਸ ਜੀ ਖੜਕਣ ਲੱਗ ਗਏ ਵੀ ਉਸ ਦਲਿਤ ਨੇ ਸਾਡੀ ਨੂੰਹ ਨੂੰ ਆਪਣਾ ਚੇਲਾ ਬਣਾਇਆ। ਉਹ ਕੈਸੀ ਕ੍ਰਾਂਤੀ ਉੱਠ ਗਈ ਕਿ ਜਿਹੜੇ ਉੱਚੀਆਂ ਜਾਤਾਂ ਵਾਲਿਆਂ ਨੂੰ ਵੀ ਆਪਣਾ ਚੇਲਾ ਬਣਾ ਰਿਹਾ। ਇਸ ਕਰਕੇ ਚੰਦਨ ਰਾਏ ਦੇ ਹਿਰਦੇ ਵਿੱਚ ਭਗਤ ਰਵਿਦਾਸ ਖੜਕਣ ਲੱਗ ਗਏ। ਦੂਜੇ ਪਾਸੇ ਬ੍ਰਾਹਮਣਾਂ ਨੂੰ ਵੀ ਇਹ ਪਤਾ ਲੱਗ ਗਿਆ ਵੀ ਅੱਗੇ ਤਾਂ ਕਾਂਸ਼ੀ ਦੇ ਰਾਜੇ ਨੇ ਸਾਡੀ ਗੱਲ ਨਹੀਂ ਸੁਣੀ, ਹੁਣ ਚੰਦਨ ਰਾਏ ਪਾਵਰ ਵਿੱਚ ਆ ਤੇ ਉਹਦੀ ਅੱਖਾਂ ਦੇ ਵਿੱਚ ਵੀ ਭਗਤ ਰਵਿਦਾਸ ਖੜਕਦਾ ਹੈ। ਇਸ ਕਰਕੇ ਹੁਣ ਬ੍ਰਾਹਮਣਾਂ ਨੇ ਜਾ ਕੇ ਚੰਦਨ ਰਾਏ ਨੂੰ ਸ਼ਿਕਾਇਤ ਕਰ ਦਿੱਤੀ ਵੀ ਭਾਈ ਉਸ ਭਗਤ ਰਵਿਦਾਸ ਨੇ ਕੇਵਲ ਤੁਹਾਡੇ ਘਰਾਣੇ ਦੀ ਨੂੰਹ ਨੂੰ ਹੀ ਆਪਣਾ ਚੇਲਾ ਨਹੀਂ ਬਣਾਇਆ, ਉਹ ਤਾਂ ਸਾਡੇ ਧਰਮ ਦੀਆਂ ਮਨੌਤਾਂ ਦਾ ਵੀ ਖੰਡਨ ਕਰ ਰਿਹਾ। ਤੇ ਉਸ ਵਕਤ ਚੰਦਨ ਰਾਏ ਨੇ ਕਿਹਾ ਸੀ ਕਿ ਮੈਂ ਆਪ ਰਵਿਦਾਸ ਜੀ ਨੂੰ ਖਤਮ ਕਰਨਾ ਚਾਹੁੰਦਾ, ਪਰ ਕੋਈ ਆਧਾਰ ਹੋਣਾ ਚਾਹੀਦਾ।
ਤੇ ਉਸ ਵਕਤ ਉਹਨਾਂ ਬ੍ਰਾਹਮਣਾਂ ਨੇ ਇੱਕ ਆਧਾਰ ਬਣਾਇਆ। ਉਹਨਾਂ ਨੇ ਆਪਣੇ ਗ੍ਰੰਥਾਂ ਦਾ ਹਵਾਲਾ ਲਿਆ ਕਿ ਜਦੋਂ ਰਾਮ ਰਾਜ ਸੀ, ਸ੍ਰੀ ਰਾਮਚੰਦਰ ਦੇ ਰਾਜ ਵਿੱਚ ਵੀ ਦਲਿਤ ਨੂੰ ਪੂਜਾ ਕਰਨ ਦੀ ਮਨਾਹੀ ਸੀ। ਇਹੀ ਕਾਰਨ ਹੈ ਕਿ ਰਾਮ ਰਾਜ ਦੇ ਵਿੱਚ ਇੱਕ ਦਲਿਤ ਜਿਹਦਾ ਨਾਮ ਸ਼ੰਭੁਕ ਦੱਸਿਆ ਜਾਂਦਾ ਹੈ, ਸਿਰਫ ਭਗਤੀ ਕਰਨ ਦੇ ਦੋਸ਼ ਦੇ ਵਿੱਚ ਰਾਮ ਰਾਜ ਦੇ ਵਿੱਚ ਉਹਨੂੰ ਕਤਲ ਕਰ ਦਿੱਤਾ ਗਿਆ ਸੀ। ਤੇ ਉਹ ਬ੍ਰਾਹਮਣ ਕਹਿੰਦੇ ਨੇ ਵੀ ਜੇ ਰਾਮ ਰਾਜ ਦੇ ਵਿੱਚ ਭਗਤੀ ਦੇ ਦੋਸ਼ ਵਿੱਚ ਦਲਿਤ ਨੂੰ ਕਤਲ ਕੀਤਾ ਜਾ ਸਕਦਾ ਹੈ ਤੇ ਆਪਾਂ ਵੀ ਇਸ ਦਲਿਤ ਨੂੰ ਖਤਮ ਕਰ ਸਕਦੇ ਹਾਂ। ਉਸ ਵਕਤ ਭਗਤ ਰਵਿਦਾਸ ਜੀ ਨੂੰ ਚਿਤੌੜ ਦੇ ਕਿਲੇ ਦੇ ਵਿੱਚ ਸੱਦਿਆ ਗਿਆ, ਉੱਥੇ ਤਲਬ ਕੀਤਾ ਗਿਆ, ਫਿਰ ਗੋਸ਼ਟੀਆਂ ਹੋਈਆਂ, ਫਿਰ ਭਗਤ ਰਵਿਦਾਸ ਜੀ ਜਿੱਤੇ। ਪਰ ਉਸ ਵਕਤ ਜਦੋਂ ਜਨੇਊ ਦੀ ਗੱਲ ਚੱਲੀ ਤੇ ਭਗਤ ਰਵਿਦਾਸ ਨੇ ਕਿਹਾ ਮੇਰੇ ਹਿਰਦੇ ਵਿੱਚ ਨਾਮ ਦਾ ਜਨੇਊ ਚੱਲ ਰਿਹਾ ਹੈ। ਤੇ ਉਸ ਵਕਤ ਫਿਰ ਬ੍ਰਾਹਮਣਾਂ ਨੇ ਕਿਹਾ ਜੇ ਤੁਹਾਡੇ ਹਿਰਦੇ ਵਿੱਚ ਨਾਮ ਦਾ ਜਨੇਊ ਹੈ ਛਾਤੀ ਚੀਰ ਕੇ ਦਿਖਾਓ। ਉਸ ਵਕਤ ਕਹਿੰਦੇ ਨੇ, ਮੈਂ ਇਹ ਸ਼ਬਦ ਧਿਆਨ ਦੇ ਕੇ ਸੁਣਿਓ, ਜ਼ਬਰਦਸਤੀ, ਆਸ ਸ਼ਬਦ ਤੇ ਫੋਕਸ ਕਰਿਓ, ਜ਼ਬਰਦਸਤੀ ਭਗਤ ਰਵਿਦਾਸ ਜੀ ਦੇ ਹੱਥ ਤੋਂ ਉਹਨਾਂ ਦੀ ਛਾਤੀ ਚਿਰਵਾਈ ਗਈ। ਔਰ ਇਸ ਤਰ੍ਹਾਂ ਭਗਤ ਰਵਿਦਾਸ ਜੀ ਸ਼ਹੀਦ ਹੋਏ ਨੇ, ਇਹ ਮੈਂ ਸ਼ਬਦ ਕਹਿ ਸਕਦਾ। ਹਾਲਾਂਕਿ ਇਹ ਵਿਚਾਰ ਬਹੁਤ ਘੱਟ ਪ੍ਰਚਲਿਤ ਕੀਤੀ ਗਈ ਹੈ, ਪਰ ਅੱਜ ਦੇ ਖੋਜਕਾਰੀ ਇਹ ਵਿਚਾਰਾਂ ਨੂੰ ਅੱਗੇ ਰੱਖ ਰਹੇ ਨੇ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਉਹਨਾਂ ਨੇ ਵੀ ਇਹਨਾਂ ਵਿਚਾਰਾਂ ਨੂੰ ਅੱਗੇ ਰੱਖਿਆ। ਔਰ ਮੈਂ ਇਹ ਸਮਝਦਾ ਕਿ ਇਹਨਾਂ ਵਿਚਾਰਾਂ ਨੂੰ ਅੱਗੇ ਰੱਖਣਾ ਬਹੁਤ ਜ਼ਰੂਰੀ ਆ। ਸਿਰਫ ਇਹਨਾਂ ਕਾਰਨਾਂ ਕਰਕੇ ਭਗਤ ਰਵਿਦਾਸ ਜੀ ਅਖੌਤੀ ਬ੍ਰਾਹਮਣਾਂ ਅੱਗੇ ਝੁਕੇ ਨਹੀਂ, ਇੱਕ ਐਸੀ ਅਵਸਥਾ ਵਾਲਾ ਜੀਵਨ ਜੀਵਿਆ ਕਿ ਉਹ ਵੀ ਉਸ ਸੋਚ ਕਰਕੇ ਅੱਜ ਸ਼ਹਾਦਤ ਦਾ ਜਾਮ ਪੀਤੇ ਨੇ, ਅਕਾਲ ਚਲਾਣਾ ਕੀਤੇ ਨੇ। ਔਰ ਉਸ ਕਿਲੇ ਦੇ ਵਿੱਚ ਭਗਤ ਰਵਿਦਾਸ ਜੀ ਦਾ ਸਥਾਨ ਵੀ ਬਣਿਆ ਹੋਇਆ। ਆਪਾਂ ਵੀ ਇਹ ਸਿੱਖ ਕੇ ਜਾਈਏ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਉਸ ਬੰਦੇ ਨੂੰ, ਉਸ ਮਹਾਨ ਪੁਰਖ ਨੂੰ ਭਾਵੇਂ ਛਾਤੀ ਤੋਂ ਚੀਰ ਦਿੱਤਾ ਗਿਆ ਹੋਵੇ, ਪਰ ਉਸ ਬੰਦੇ ਨੂੰ ਦੁਖੀ ਕਿਵੇਂ ਕੀਤਾ ਜਾ ਸਕਦਾ ਜਿਹੜਾ ਕਹਿ ਰਿਹਾ ਹੋਵੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾ ਖੈਰ ਸਦਾ ਮੇਰੇ ਭਾਈ, ਕਾਇਮ दायम सदा पातशाही, दोम ना सेम एक सो आही, आबादान सदा मशहूर, ऊहा गणी बसे मामूर, त्यों त्यों सैल करे जो भावै, महरम महल ना को अटकावै, कहो रविदास खलास च मारा, जो हम सहरी सो मीत हमारा। ਜਿਹੜੇ ਬੇਗਮਪੁਰੀ ਅਵਸਥਾ ਵਿੱਚ ਪਹੁੰਚ ਗਏ ਹੋਣ, ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਵੀ ਦੁਲਾਇਆ ਨਹੀਂ ਜਾ ਸਕਦਾ, ਉਹਨਾਂ ਨੂੰ ਚੀਰ ਕੇ ਵੀ ਕੋਈ ਰਵਾ ਨਹੀਂ ਸਕਦਾ। ਤੋਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਨਾਲ ਸਾਂਝ ਪਾਉਂਦੇ ਆ। ਬੜੀਆਂ ਭੁੱਲਾਂ ਹੋਈਆਂ ਹੋਣਗੀਆਂ, ਕੋਈ ਤਰੁੱਟੀ ਰਹਿ ਗਈ ਹੋਵੇਗੀ ਤੇ ਬੱਚਾ ਸਮਝ ਕੇ ਸਮਝਾ ਦਿਓ। ਗੁਰਬਾਣੀ ਦਾ ਬਚਨ ਪੜ੍ਹਦੇ ਆ ਕਈ ਵਾਰੀ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਬਖਸ਼ਣਯੋਗ ਹਨ, ਬਖਸ਼ ਲੈਣਾ ਜੀ, ਬੇਅੰਤ ਭੁੱਲਾਂ ਬਖਸ਼ ਦੇਣੀਆਂ। ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਆਓ ਅਸੀਂ ਨਮਸਕਾਰ ਕਰੀਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਹਿਰਦੇ ਤੇ ਧਾਰਨ ਕਰੀਏ। ਪਿਛਲੇ ਦਿਨੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਉਹਨਾਂ ਨੂੰ ਯਾਦ ਕਰੀਏ, ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।